ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਜਹਰਾ ਜਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾ ਪਾਤਸ਼ਾਹ ਨਿਹਚਲ ਚੌਰ ਛਤ। ਬਾਲੀਏ ਕੁਲ ਆਲਮ ਦੀਨ ਦੁਨੀ ਦੇ ਪਾਤਸ਼ਾਹ, ਸਰਬ ਕਲਾ ਸਮਰੱਥ ਸਰਬ ਕਲਾ ਭਰਪੂਰ। ਬਾਣੀ ਕੇ ਬੋਹਿਤ ਸ਼ਬਦ ਸਰੂਪ, ਜੁਗੋ ਜੁਗ ਅਟਲ ਸਤਿਗੁਰੂ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਅਗੰਮੀ ਗੋਦ ਅੰਦਰ ਰੋਜੇਵਿਆਂ ਭਰੀ ਮਨੁੱਖਾ ਜ਼ਿੰਦਗੀ ਦੇ ਕੁਝ ਕੁ ਸਵਾਸ, ਕੁਝ ਪਲਾਂ ਨੂੰ ਸਫਲੇ ਕਰਦਿਆਂ ਹੋਇਆਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਰਹੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਵੱਡ ਭਾਗੀ ਹਰ ਸੰਗਤ ਪਾਵੈ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿਨ ਭੇਟਤ ਦੁਰਮਤ ਖੋਈ। ਦੁਰਮਤ ਦਾ ਨਾਸ਼ ਕਰਨ ਵਾਲੀ ਗੁਰੂ ਕੀ ਸੰਗਤ ਦੀ ਪ੍ਰਾਪਤੀ ਹੋਈ ਹੈ। ਤੁਰਕੀ ਬਾਣੀ ਦੇ ਮਨੋਹਰ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤੇ ਨੇ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ। ਆਨੰਦ ਦਾ ਸ਼ੁਭ ਗੁਣਾਂ ਦਾ ਖਜ਼ਾਨਾ ਹੈ ਗੁਰੂ ਕੀ ਬਾਣੀ ਦਾ ਕੀਰਤਨ। ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਅਵਤਾਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਜਥੇ ਵੱਲੋਂ ਕੀਰਤਨ ਸਰਵਣ ਕੀਤਾ ਹੈ। ਸਮਾਂ ਹੋਇਆ ਇਸ ਸਥਾਨ ਦੀ ਨਿਤਨੇਮ ਦੀ ਮਰਜ਼ਾਦਾ ਅਨੁਸਾਰ ਗੁਰ ਇਤਿਹਾਸ ਦੀ ਕਥਾ ਦਾ, ਜੋ ਕਿ ਕੁਝ ਦਿਨ ਪਹਿਲਾਂ ਜਾਂ ਕਹਿ ਲਈਏ ਕੇਵਲ 2 ਦਿਨ ਪਹਿਲਾਂ ਕਥਾ ਆਰੰਭ ਹੋਈ ਹੈ। ਸ੍ਰੀ ਗੁਰੂ ਪੰਥ ਪ੍ਰਕਾਸ਼, ਜਿਸ ਦੇ ਰਚਨਹਾਰ ਹਨ ਸਰਦਾਰ ਰਤਨ ਸਿੰਘ ਜੀ ਭੰਗੂ। ਸਿੱਖ ਇਤਿਹਾਸ ਨੂੰ ਵਿਸ਼ੇਸ਼ ਕਰਕੇ ਲਿਖਿਆ ਹੈ। ਪਹਿਲਾਂ ਸੰਖੇਪ ਰੂਪ ਦੇ ਵਿੱਚ ਗੁਰ ਇਤਿਹਾਸ ਦਾ ਵੀ ਵਰਣਨ ਹੈ। ਸੋ ਕੱਲ ਜਿੰਨੀ ਕੁ ਵਿਚਾਰ ਕੀਤੀ ਗਈ ਹੈ ਕਿ ਜਿਸ ਵੇਲੇ ਭਾਰਤ ਦੀ ਧਰਤੀ ਤੇ ਅੰਗਰੇਜ਼ ਹਕੂਮਤ ਪੈਰ ਪਸਾਰ ਰਹੀ ਸੀ, ਉਧਰ ਪੰਜਾਬ ਦੀ ਧਰਤੀ ਦੇ ਉੱਤੇ ਖਾਲਸੇ ਦੇ ਬੋਲਬਾਲੇ ਹੋ ਰਹੇ ਸੀ। ਉਸ ਹਾਲਾਤ ਦੇ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਸੀ, ਇਹ ਪ੍ਰਸੰਗ ਚੱਲ ਰਿਹਾ ਸੀ। ਪਰ ਇਹ ਵੀ ਯਾਦ ਰਹੇ, ਇਹ ਇਤਿਹਾਸ ਕਵੀ ਜੀ ਲੁਧਿਆਣੇ ਦੀ ਧਰਤੀ ਤੇ ਕੈਪਟਨ ਮਰੇ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਹੋਇਆਂ ਸੁਣਾ ਰਹੇ ਸੀ। ਬਾਅਦ ਵਿੱਚ ਆਪਣੀ ਕਲਮ ਦੇ ਨਾਲ ਕਾਵਿਕ ਰੂਪ ਦੇ ਵਿੱਚ ਇਹਨੂੰ ਕਲਮਬੰਦ ਕੀਤਾ ਗਿਆ। ਸੋ ਗੁਰਮੁਖ ਪਿਆਰਿਓ, ਇਕਾਗਰ ਹੋਈਏ। ਕਵੀ ਜੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਵੀ ਜਿੰਨੇ ਵੀ ਲੋਕਾਂ ਨੇ, ਭਾਵੇਂ ਪਹਿਲਾਂ ਨਾਦਰ ਆਇਆ, ਨਾਦਰ ਨੂੰ ਵੀ ਸਹੀ ਵਾਕਫੀ ਸਿੱਖ ਪੰਥ ਦੀ ਨਹੀਂ ਦਿੱਤੀ ਗਈ, ਕਿਉਂਕਿ ਦੱਸਣ ਵਾਲੇ ਲੋਕ ਸਿੱਖ ਨਹੀਂ ਸਨ ਬਲਕਿ ਸਿੱਖ ਵਿਰੋਧੀ ਸਨ। ਜੇ ਅਬਦਾਲੀ ਆਇਆ, ਅਬਦਾਲੀ ਨੂੰ ਵੀ ਸਹੀ ਵਾਕਫੀ ਸਿੱਖ ਪੰਥ ਬਾਰੇ ਨਹੀਂ ਦਿੱਤੀ ਗਈ। ਤੇ ਜੇ ਅੰਗਰੇਜ਼ ਆਏ, ਉਹਨਾਂ ਨੇ ਕੁਝ ਜਾਣਨਾ ਚਾਹਿਆ ਤੇ ਉਹਨਾਂ ਨੂੰ ਵੀ ਸਹੀ ਵਾਕਫੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਕਰਕੇ ਹੀ ਕਵੀ ਜੀ ਨੇ ਇਹ ਗ੍ਰੰਥ ਹੋਂਦ ਵਿੱਚ ਲਿਆਂਦਾ ਹੈ। ਤੇ ਗੱਲ ਚੱਲ ਰਹੀ ਸੀ, ਕਹਿੰਦੇ ਵੀ ਜਿਹੜਾ ਅਸਲ ਸੱਚ ਸੀ ਨਾ, ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਬਖਸ਼ਿਸ਼ ਨੂੰ ਪਾ ਕੇ ਬਾਬਰ ਨੇ ਸਤਿਗੁਰਾਂ ਦੀ ਅਸੀਸ ਹਾਸਲ ਕਰਕੇ
ਮੁਗਲ ਰਾਜ ਨੂੰ ਭਾਰਤ ਦੀ ਧਰਤੀ ਤੇ ਕਾਇਮ ਕੀਤਾ ਸੀ, ਉਹ ਤੇ ਗੱਲ ਦੂਰ ਰਹਿ ਗਈ। ਸਤਿਗੁਰਾਂ ਦੇ ਪਰਉਪਕਾਰਾਂ ਦੀ ਗੱਲ ਤੇ ਪਾਸੇ ਹੀ ਰੱਖ ਦਿੱਤੀ। ਹੁਣ ਕਵੀ ਜੀ ਆਪ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ। ਗੱਲ ਸ਼ੁਰੂ ਕਰਦੇ ਨੇ ਬਾਬਰ ਤੋਂ ਤੇ ਅੱਗੇ ਕੀ ਆਖਦੇ ਨੇ, ਆਓ ਸ਼ਰਧਾ ਭਾਵਨਾ ਦੇ ਨਾਲ ਵਿਚਾਰੀਏ, ਆਪਣੀ ਸੁਰਤ ਨੂੰ ਇਕਾਗਰ ਕਰੀਏ। ਗੁਰੂ ਪਿਆਰਿਓ, ਖਿਆਲਾਂ ਨੂੰ ਬਾਹਰ ਜਾਣ ਤੇ ਰੋਕਦਿਆਂ ਹੋਇਆਂ ਚਲਦੀ ਹੋਈ ਵਿਚਾਰ ਦੇ ਉੱਤੇ ਆਪਣਾ ਮਨ ਫੋਕਸ ਕਰਕੇ ਲਾਹੇ ਪ੍ਰਾਪਤ ਕਰੀਏ। ਰਸਨਾ ਦੀ ਹਾਜ਼ਰੀ ਲਵਾਓ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਨਾਨਕ ਦੇਵ ਭਇਓ, ਆਗੇ ਵਧਿਓ ਪ੍ਰਤਾਪ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਸੰਸਾਰ ਵਿੱਚ ਪ੍ਰਗਟ ਹੋਏ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਤੇ ਇਸ ਸੰਸਾਰ ਵਿੱਚ ਆ ਕੇ ਉਹਨਾਂ ਨੇ ਗੁਰਮਤਿ ਸਿਧਾਂਤ ਨੂੰ ਪ੍ਰਚਾਰਿਆ, ਵਿਚਾਰਿਆ, ਤੇ ਉਹਨਾਂ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਫੈਲਦਾ ਗਿਆ। ਦਿਗ ਵਿਜੈ ਪ੍ਰਾਪਤ ਕੀਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸੰਸਾਰ ਵਿੱਚ। ਦਿਗ ਵਿਜੈ ਦਾ ਭਾਵ ਹੁੰਦਾ ਹੈ ਸਾਰਿਆਂ ਨੂੰ ਜਿੱਤ ਲੈਣਾ। ਜਿੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਵੱਡੇ ਵੱਡੇ ਰਾਜੇ ਵੀ ਸਜਦੇ ਕਰਦੇ ਵੇਖੇ ਗਏ, ਭਾਵੇਂ ਉਹ ਬਾਬਰ ਸੀ, ਭਾਵੇਂ ਉਹ ਕਾਰੂ ਹੋਵੇ, ਭਾਵੇਂ ਕੋਈ ਵੱਡਾ ਸੇਠ ਦੁਨੀ ਚੰਦ ਵਰਗਾ ਹੋਵੇ, ਜਾਂ ਲਾਜਵਰਦ ਵਰਗੇ, ਸੁਦਰਸੈਨ ਵਰਗੇ, ਕਬਲ ਨੈਨ ਵਰਗੇ ਵੱਡੇ ਵੱਡੇ ਰਾਜੇ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ ਵੇਖੇ ਗਏ। ਜਦੋਂ ਗੱਲ ਧਾਰਮਿਕ ਲੋਕਾਂ ਦੀ ਆਈ, ਹਰ ਧਾਰਮਿਕ ਹਸਤੀ ਨੇ, ਜਗਨਨਾਥਪੁਰੀ ਦੇ ਪਾਂਡਿਆਂ ਨੇ ਵੀ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਜਦੋਂ ਉਹਨਾਂ ਨੂੰ ਸੱਚੀ ਆਰਤੀ ਦਾ ਭੇਦ ਸਮਝਾਇਆ। ਇਸੇ ਤਰ੍ਹਾਂ ਜੇ ਮੱਕੇ ਦੀ ਧਰਤੀ ਤੇ ਗਏ, ਕਾਜੀ ਰੁਕਨਦੀਨ ਵਰਗੇ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਟੁਕੇ ਅਤੇ ਗੁਰੂ ਦੀ ਸਿੱਖੀ ਪ੍ਰਾਪਤ ਕੀਤੀ, ਬਾਅਦ ਵਿੱਚ ਭਾਵੇਂ ਫਤਵੇ ਲਾ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇੱਥੇ ਯਾਦ ਰੱਖਣਾ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਮੇਂ ਦੇ ਸ਼ਹੀਦਾਂ ਦੇ ਵਿੱਚੋਂ ਇੱਕ ਸ਼ਹੀਦ ਮੱਕੇ ਦਾ ਕਾਜੀ ਰੁਕਨਦੀਨ ਹੈ ਜੋ ਸਿੱਖ ਬਣ ਗਿਆ ਸੀ। ਸੋ ਇਸੇ ਤੋਂ ਬਾਅਦ ਜੇ ਹੋਰ ਧਾਰਮਿਕ ਲੋਕਾਂ ਦੀ ਗੱਲ ਕਰੀਏ, ਜਿਸ ਵੇਲੇ ਜੋਗ ਮਤ ਆਪਣੇ ਜੋਬਨ ਤੇ ਸੀ, ਕਈ ਵਾਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਲ ਜੋਗੀਆਂ ਦੀ ਚਰਚਾ ਹੋਈ ਹੈ, ਸਿੱਧਾਂ ਦੀ, ਤੇ ਹਰ ਵਾਰੀ ਸਤਿਗੁਰੂ ਪਾਤਸ਼ਾਹ ਦੀ ਦਲੀਲ ਅੱਗੇ, ਵਿਚਾਰ ਦੇ ਅੱਗੇ ਹਾਰਦੇ ਗਏ। ਤੇ ਆਖਰ ਨੂੰ ਉਹਨਾਂ ਨੇ ਵੀ ਕਹਿ ਦਿੱਤਾ, ਭਾਈ ਗੁਰਦਾਸ ਜੀ ਲਿਖਦੇ ਨੇ, ਸਿੱਧ ਬੋਲਨ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਐਸੀ ਦਿਗਵਿਜੈ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਪ੍ਰਾਪਤ ਕੀਤੀ। ਕਵੀ ਜੀ ਆਖਦੇ ਨੇ ਵੀ ਹਰ ਪਾਸੇ ਗੁਰੂ ਨਾਨਕ ਦਾ ਬੋਲ ਬਾਲਾ ਹੋਇਆ, ਪ੍ਰਤਾਪ ਵੱਧ ਗਿਆ। ਜਿਮ ਬਾਬਰ ਪਰ ਕਿਰਪਾ ਭਈ, ਕਹਿਓ ਨਾ ਮਨ ਰੱਖ ਪਾਪ। ਫਿਰ ਬਾਬਰ ਦੇ ਉੱਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਕਿਉਂਕਿ ਯਾਦ ਰਹੇ ਏਮਨਾਬਾਦ ਦੇ ਵਿੱਚ ਜਿਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਕੈਦੀ ਬਣਾਇਆ ਗਿਆ ਤੇ ਉਹਨਾਂ ਕੈਦੀਆਂ ਨੂੰ ਛਡਾਉਣ ਵਾਸਤੇ ਗੁਰੂ ਸਾਹਿਬ ਆਪ ਕੈਦੀਆਂ ਦਾ ਹਿੱਸਾ ਬਣੇ। ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹੜਾ ਬੰਦੀ ਛੋੜ ਸ਼ਬਦ ਹੈ, ਭਾਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਅਸੀਂ ਜਾਣਦੇ ਹਾਂ ਵੀ ਕਿਸ ਤਰ੍ਹਾਂ ਆਪਣੇ ਚੋਲੇ ਦੇ ਪੱਲੇ ਜਾਣੀ ਕਿ ਕਲੀਆਂ ਫੜਾ ਕੇ 52 ਰਾਜਿਆਂ ਨੂੰ ਆਜ਼ਾਦ ਕਰਵਾਇਆ ਸੀ। ਪਰ ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਵੀ ਬਾਬਰ ਦੀ ਕੈਦ ਵਿੱਚੋਂ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕੈਦੀ ਛਡਾਏ ਸੀ, ਤੇ ਬੰਦੀ ਛੋੜ ਤੇ ਸਤਿਗੁਰੂ ਸਦਾ ਹੀ ਹਨ। ਤੇ ਇਸ ਤਰ੍ਹਾਂ ਬਾਬਰ ਨੇ ਜਦੋਂ ਗੁਰੂ ਸਾਹਿਬ ਦੀ ਕਲਾ ਵਰਤਦੀ ਵੇਖੀ, ਚੱਕੀਆਂ ਚੱਲਦੀਆਂ ਵੇਖੀਆਂ, ਵਿਚਾਰ ਸੁਣੇ ਤੇ ਸਤਿਗੁਰਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਸਾਹਿਬ ਨੇ ਅਸੀਸ ਦਿੱਤੀ ਸੀ ਕਿ ਬਾਬਰ, ਬਾਦਸ਼ਾਹੀ ਮਿਲੇਗੀ ਜ਼ਰੂਰ, ਪਰ ਕਾਇਮ ਉਹਨਾਂ ਚਿਰ ਰਹੇਗੀ ਜਿੰਨਾ ਚਿਰ ਇਨਸਾਫ ਕਰੇਗਾ, ਤੇਰੀ ਔਲਾਦ ਇਨਸਾਫ ਕਰੇਗੀ। ਸੋ ਇਹ ਬਚਨ ਗੁਰੂ ਨਾਨਕ ਸਾਹਿਬ ਨੇ ਕੀਤੇ ਸਨ, ਇਹ ਕਿਰਪਾ ਕਰ ਦਿੱਤੀ ਸੀ। ਆਓ ਭਈ
ਜਿਮ ਫਿਰ ਮੁਗਲਨ ਹਿੰਦ ਸਤਾਏ। ਸਮਾਂ ਬੀਤਦਾ ਗਿਆ, ਮੁਗਲ ਰਾਜ ਜਦੋਂ ਮਜ਼ਬੂਤ ਹੋ ਗਿਆ, ਦਿੱਲੀ ਦੇ ਉੱਤੇ ਪਕੜ ਬਣ ਗਈ, ਜਾਂ ਇਦਾਂ ਕਹਿ ਲਈਏ ਬਈ ਜਹਾਂਗੀਰ ਦਾ ਵਕਤ ਆ ਗਿਆ। ਫਿਰ ਇਹਨਾਂ ਨੇ ਹਿੰਦੁਸਤਾਨ ਦੇ ਵਾਸੀਆਂ ਨੂੰ, ਖਾਸ ਕਰਕੇ ਹਿੰਦੂਆਂ ਨੂੰ ਦੁੱਖ ਦੇਣਾ ਸ਼ੁਰੂ ਕਰ ਦਿੱਤਾ। ਜਿਮ ਅਨ ਸਿੱਖ ਔ ਗੁਰੂ ਅਕਾਏ। ਉਹਨਾਂ ਨੇ ਕੇਵਲ ਹਿੰਦੂਆਂ ਨੂੰ ਹੀ ਪਰੇਸ਼ਾਨ ਨਹੀਂ ਕੀਤਾ, ਗੁਰੂ ਕੇ ਸਿੱਖਾਂ ਦੇ ਉੱਤੇ ਵੀ ਜ਼ੁਲਮ ਕੀਤਾ ਅਤੇ ਗੁਰੂ ਸਾਹਿਬਾਨ ਨੂੰ ਵੀ ਨਹੀਂ ਬਖਸ਼ਿਆ, ਅਨੇਕਾਂ ਕਸ਼ਟ ਦਿੱਤੇ। ਜਿਮ ਜਿਮ ਗੁਰੂਅਨ ਸਿਰ ਰਸੋ ਕੀਓ। ਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਵੱਖ-ਵੱਖ ਜਾਮਿਆਂ ਵਿੱਚ ਆਪਣਾ ਸਿਰੜ ਕਾਇਮ ਰੱਖਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਮੇਂ ਵਿੱਚ ਸ਼ਹਾਦਤ ਨੂੰ ਪ੍ਰਵਾਨ ਕਰਦੇ ਨੇ, ਪਰ ਸਿਧਾਂਤ ਤੋਂ ਥਿੜਕਦੇ ਨਹੀਂ ਹਨ। ਸੋ ਇਸ ਢੰਗ ਦੇ ਨਾਲ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਸਿੱਖੀ ਸਿਦਕ ਸਿਰੜ ਨਿਭਾਇਆ ਹੈ। ਇਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਤਤੀ ਤਵੀ ਤੇ ਬੈਠੇ ਨੇ ਨਾ, ਸਾਈਂ ਮੀਆਂ ਮੀਰ ਨੇ ਆ ਕੇ ਉਹਨਾਂ ਦੇ ਦ੍ਰਿਸ਼ ਨੂੰ ਵੇਖ ਕੇ, ਹਾਲਾਤ ਨੂੰ ਵੇਖ ਕੇ, ਦੁੱਖ ਨੂੰ ਵੇਖ ਕੇ ਅੱਖਾਂ ਵਿੱਚੋਂ ਵੈਰਾਗ ਦੇ ਅਥਰੂ ਕੇਰਦਿਆਂ ਇਹ ਗੱਲ ਆਖੀ ਸੀ ਕਿ ਸਤਿਗੁਰੂ ਜੀਓ, ਆਪ ਸਰਬ ਕਲਾ ਸਮਰੱਥ ਹੁੰਦਿਆਂ ਹੋਇਆਂ ਵੀ ਇੰਨੇ ਭਾਣੇ ਵਿੱਚ ਕਿਸ ਤਰ੍ਹਾਂ ਹੋ, ਕਿਸ ਤਰ੍ਹਾਂ ਇਹ ਦੁੱਖ ਸਹਿਣ ਕਰ ਰਹੇ ਹੋ। ਮੈਨੂੰ ਆਗਿਆ ਦੇ ਦਿਓ, ਮੈਂ ਦਿੱਲੀ ਲਾਹੌਰ ਦੀ ਟਿੱਟ ਕਰਦਿਆਂ। ਬੜੀ ਪਹੁੰਚ ਵਾਲਾ ਸੀ ਇਹ ਪੀਰ। ਜਿੱਥੇ ਇੱਕ ਮਹਾਨ ਧਾਰਮਿਕ ਹਸਤੀ ਸੀ, ਉੱਥੇ ਸਿੱਧੇ ਰੂਪ ਦੇ ਵਿੱਚ ਸਮੇਂ ਦੀ ਹਕੂਮਤ ਦੇ ਉੱਤੇ ਵੀ ਇਹਦਾ ਪ੍ਰਭਾਵ ਸੀ। ਜਹਾਂਗੀਰ ਦੀ ਬੇਗਮ ਨੂਰ ਜਹਾਂ ਜਦੋਂ ਵੀ ਪੰਜਾਬ ਆਉਂਦੀ, ਲਾਹੌਰ ਵੱਲ ਆਉਂਦੀ, ਸਾਈਂ ਮੀਆਂ ਮੀਰ ਦੇ ਤੱਪੜਾਂ ਦੇ ਉੱਤੇ ਬੈਠ ਕੇ ਉਹਦਾ ਸੰਗ ਮਾਣ ਕੇ ਜਾਇਆ ਕਰਦੀ ਸੀ। ਸੋ ਇਸ ਕਰਕੇ ਸਿੱਧਾ ਵੀ ਪ੍ਰਭਾਵ ਸੀ। ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸਾਈਂ ਮੀਆਂ ਮੀਰ ਨੂੰ ਸਹਿਜ ਵਿੱਚ ਰਹਿੰਦਿਆਂ ਤੇ ਸਹਿਜ ਸਿਖਾਉਂਦਿਆਂ ਸ਼ਬਦ ਆਖੇ ਸੀ। ਕਹਿੰਦੇ, ਸਾਈਂ ਜੀ ਸ਼ਾਂਤ, ਇੱਥੇ ਮਰਨ ਬਾਰਨ ਵਾਲੀ ਗੱਲ ਹੀ ਕੋਈ ਨਹੀਂ, ਇਹ ਤੇ ਮੇਰੇ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ। ਸ਼ਬਦ ਕਵੀ ਨੇ ਵਰਤੇ ਨੇ, ਕਹਿੰਦੇ ਕੌਣ ਜ਼ਾਲਮ ਕੌਣ ਮਜ਼ਲੂਮ ਇੱਥੇ, ਕੌਣ ਮਾਰ ਰਿਹਾ ਏ ਕੌਣ ਮਰ ਰਿਹਾ ਏ, ਖੇਡਾਂ ਖੇਡਦਾ ਪਿਆ ਅਕਾਲ ਸਾਡਾ, ਕਾਲਾ ਮੂੰਹ ਪਰ ਪਾਪੀ ਦਾ ਕਰ ਰਿਹਾ ਏ। ਇਹ ਤੇ ਉਹਦੀ ਰੱਬੀ ਚੋਜ ਨੇ, ਅਕਾਲ ਪੁਰਖ ਦੀ ਰਜਾ ਵਿੱਚ ਹੋ ਰਿਹਾ। ਐਸਾ ਸਿਰੜ ਸੀ ਮੇਰੇ ਪਾਤਸ਼ਾਹ ਦਾ। ਸੀਸ ਦਿਓ ਆਓ ਸਿਰੜ ਨਾ ਦਿਓ। ਫਿਰ 9ਵੇਂ ਜਾਮੇ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਸ਼ਹਾਦਤ ਬਾਰੇ ਕਲਗੀਧਰ ਸੱਚੇ ਪਾਤਸ਼ਾਹ ਨੇ ਆਪ ਆਪਣੀ ਬਾਣੀ ਦੇ ਅੰਦਰ ਅਨੇਕਾਂ ਸ਼ਬਦ ਬਿਆਨ ਕੀਤੇ ਨੇ। ਠੀਕਰ ਫੋਰ ਦਲੀਸ ਸਿਰ ਪ੍ਰਭੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਸੋ ਆਪਣਾ ਸਿਰੜ ਕਾਇਮ ਰੱਖਿਆ, ਸਿੱਖੀ ਸਿਦਕ ਨਿਭਾਇਆ, ਨਹੀਂ ਹਾਰਿਆ ਸੀ ਸਿਦਕ ਨੂੰ। ਜਿਹ ਵਿਦ ਬੈਰ ਸ਼ਾਹਨਪੁਰ ਭਇਓ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਨਾਲ ਸਮੇਂ ਦੀ ਹਕੂਮਤ ਨੇ, ਰਾਜਿਆਂ ਨੇ ਬੜਾ ਵੈਰ ਕੀਤਾ। ਜਹਾਂਗੀਰ ਹੋਵੇ, ਸ਼ਾਹਜਹਾਨ ਹੋਵੇ, ਜਾਂ ਫਿਰ ਔਰੰਗਜ਼ੇਬ ਹੋਵੇ। ਦੇਵ ਗੁਰ ਹੁਕਮ ਹੋਏ ਪੰਥ ਰਚਿਓ। ਤੇ ਧੰਨ ਕਲਗੀਧਰ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਰੱਬੀ ਹੁਕਮ ਦੇ ਅੰਦਰ ਫਿਰ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ, ਰਚਨਾ ਕੀਤੀ। ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਨਾ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਵਾਹਿਗੁਰੂ ਦੀ ਮੌਜ ਦੇ ਅੰਦਰ, ਉਹਦੀ ਰਜ਼ਾ ਦੇ ਅੰਦਰ, ਉਹਦੇ ਭਾਣੇ ਦੇ ਅੰਦਰ ਖਾਲਸਾ ਸਾਜਿਆ। ਪੰਥ ਮਦਦ ਕੋ ਚੰਡ ਜਗਾਈ। ਸੋ ਪੰਥ ਦੇ ਭਲੇ ਵਾਸਤੇ, ਦੁਨੀਆ ਦੇ ਭਲੇ ਵਾਸਤੇ ਚੰਡੀ ਜਾਣੀ ਕਿ ਤੇਗ ਦਾ ਵਰਤਾਰਾ ਵਰਤਾਇਆ। ਤੇਗ ਦੀ ਧਾਰ ਦੇ ਵਿੱਚੋਂ ਖਾਲਸਾ ਸਾਜਿਆ ਗਿਆ। ਚੰਡ ਭੇਟ ਦਏ ਭੇਟ ਲਗਾਈ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਤੇਗ ਦੀ ਭੇਟ ਕੀਤੇ ਨੇ ਸਿੱਖਾਂ ਦੇ ਸਿਰ। ਖਾਲਸਾ ਪੰਥ ਦੀ ਸਾਜਨਾ ਦਾ ਦ੍ਰਿਸ਼ ਆਪ ਤੇ ਗਿਆਤ ਵਿੱਚ ਹੋਵੇ। ਗੁਰੂ ਪਿਆਰਿਓ, ਸੰਸਾਰ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਡਰ ਹੈ ਨਾ, ਉਹ ਮੌਤ ਦਾ ਡਰ ਹੈ। ਯਾਦ ਰੱਖਣਾ, ਇੱਥੇ ਸੰਸਾਰ ਦੇ ਅੰਦਰ ਜੇ ਕੋਈ ਸ਼ੇਰ ਤੋਂ ਡਰਦਾ ਹੈ ਨਾ, ਇਸ ਕਰਕੇ ਡਰਦਾ ਵੀ ਉਹਦੇ ਜਵਾੜੇ ਅੰਦਰ ਜਾਂ ਪੰਜੇ ਦੇ ਅੰਦਰ ਮੌਤ ਹੈ। ਜੇ ਸੱਪ ਦਾ ਡਰ ਸੰਸਾਰ ਨੂੰ ਜਾਂ ਜੀਵਾਂ ਨੂੰ ਹੈ,
ਇਸ ਕਰਕੇ ਕਿ ਉਹਦੀ ਸਰੀ ਦੇ ਅੰਦਰ 3 ml ਜਿਹੜਾ ਜ਼ਹਿਰ ਹੈ ਨਾ, ਉਹ ਮੌਤ ਹੈ। ਨਾ ਕੋਈ ਗੋਲੀ ਤੋਂ ਡਰਦਾ ਹੈ, ਨਾ ਕੋਈ ਕਿਸੇ ਬੰਬ ਬਲਾਸਟ ਤੋਂ ਡਰਦਾ ਹੈ, ਡਰਦਾ ਤੇ ਕੇਵਲ ਮੌਤ ਤੋਂ ਹੈ ਨਾ। ਇਸ ਮੌਤ ਦੇ ਵੱਡੇ ਡਰ ਨੂੰ ਸਤਿਗੁਰੂ ਪਾਤਸ਼ਾਹ ਨੇ ਖਾਲਸਾ ਸਾਜਣ ਵੇਲੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਵੀ ਵੱਡਾ ਡਰ ਮੌਤ ਦਾ ਪਹਿਲਾਂ ਦੂਰ ਕੀਤਾ ਜਾਵੇ, ਤੇ ਤਾਂ ਪਹਿਲਾਂ ਮੌਤ ਵਰਤਾਈ ਹੈ ਖਾਲਸੇ ਦੇ, ਤਾਂ ਸਿੱਖਾਂ ਦੇ ਸਿਰ ਆਪਣੀ ਤੇਗ ਦੀ ਭੇਟ ਕੀਤੇ ਨੇ ਵੀ ਇੱਕ ਵਾਰੀ ਮਰਨ ਦੀ ਜਾਤ ਜਦੋਂ ਆ ਜਾਵੇਗੀ, ਫਿਰ ਮੌਤ ਦੇ ਵਿੱਚੋਂ ਡਰ ਨਹੀਂ ਬਲਕਿ ਆਨੰਦ ਆਵੇ। ਕੁਝ ਜੋਖਮ ਭਰੇ ਕਰਮ ਹੁੰਦੇ ਨੇ, ਪਹਿਲੀ ਵਾਰ ਕਰਨਾ ਹੋਵੇ ਬੜਾ ਡਰ ਲੱਗਦਾ ਹੈ। ਇੱਕ ਵਾਰੀ ਜ਼ਿੰਦਗੀ ਦਾ ਤਜਰਬਾ ਹੋ ਜਾਵੇ ਉਹ ਜੋਖਮ ਭਰੇ ਰਿਸਕੀ ਕੰਮ ਦੇ ਵਿੱਚੋਂ, ਕਹੀਏ ਵੀ ਜਾਂਚ ਆ ਜਾਵੇ ਕਰਨ ਦੀ, ਫਿਰ ਉਹਦੇ ਵਿੱਚੋਂ ਆਨੰਦ ਆਉਂਦਾ ਹੈ। ਪਹਿਲੀ ਵਾਰੀ ਡੂੰਘੇ ਪਾਣੀ ਵਿੱਚ ਪ੍ਰਵੇਸ਼ ਕਰਨਾ ਹੋਵੇ ਬੜਾ ਡਰ ਲੱਗਦਾ ਹੈ। ਇੱਕ ਵਾਰੀ ਤੈਰਨ ਦੀ ਜਾਂਚ ਆ ਗਈ, ਤਾਰੀ ਕਿਵੇਂ ਲਾਈਦੀ ਹੈ, ਉਹਦੇ ਵਿੱਚੋਂ ਆਨੰਦ ਆਉਂਦਾ ਹੈ। ਵੇਖਿਆ ਹੋਣਾ ਹੈ ਤੁਸੀਂ ਕਈ ਵਾਰੀ ਇੰਡੀਆ ਵਿੱਚ, ਪੰਜਾਬ ਵਿੱਚ ਜਿਹੜੇ ਨੌਜਵਾਨ ਤੈਰਨਾ ਸਿੱਖ ਲੈਂਦੇ ਨੇ, ਫਿਰ ਉੱਚੀਆਂ ਪੁਲਾਂ ਦੇ ਉੱਤੋਂ ਡੂੰਘੀਆਂ ਨਹਿਰਾਂ ਵਿੱਚ ਛਾਲਾਂ ਮਾਰ ਕੇ ਤਾਰੀਆਂ ਲਾ ਰਹੇ ਨੇ। ਕਾਰਨ ਹੁਣ ਡਰ ਨਹੀਂ, ਹੁਣ ਆਨੰਦ ਆ ਰਿਹਾ ਹੈ। ਬਿਲਕੁਲ ਇਸੇ ਤਰ੍ਹਾਂ ਦੀ ਖੇਡ ਮੌਤ ਦੀ ਹੈ। ਪਹਿਲੀ ਵਾਰ ਕਿਸੇ ਨੇ ਮਰਨਾ ਹੋਵੇ, ਵਾਕਈ ਮੌਤ ਤੋਂ ਡਰ ਲੱਗਦਾ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਜਗਤ ਡਰਦਾ ਮੌਤ ਕੋਲੋਂ। ਤੇ ਨਾਲ ਹੀ ਇੱਕ ਵਾਰੀ ਮਰਨ ਦੀ ਜਾਂਚ ਆ ਗਈ, ਤਜਰਬਾ ਹੋ ਗਿਆ, ਐਕਸਪੀਰੀਅੰਸ ਹੋ ਗਿਆ, ਫਿਰ ਮੌਤ ਤੋਂ ਡਰ ਨਹੀਂ ਲੱਗਦਾ, ਹੁਣ ਮੌਤ ਵਿੱਚੋਂ ਆਨੰਦ ਆਉਂਦਾ ਹੈ। ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮੌਤ ਵਿੱਚ ਹੀ ਪਰਮ ਆਨੰਦ ਦੀ ਪ੍ਰਾਪਤੀ ਹੈ। ਮੇਰੇ ਗਰੀਬ ਨਿਵਾਜ ਸਤਿਗੁਰਾਂ ਨੇ ਖਾਲਸਾ ਸਾਜਣ ਵੇਲੇ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਵੀ ਸਭ ਤੋਂ ਵੱਡਾ ਡਰ ਜਿਹੜਾ ਮੌਤ ਦਾ ਹੈ, ਇਹ ਤਾਂ ਹੀ ਖਾਲਸੇ ਵਿੱਚੋਂ ਨਿਕਲ ਸਕਦਾ, ਸਿੱਖ ਵਿੱਚੋਂ ਨਿਕਲ ਸਕਦਾ ਹੈ, ਜੇ ਇੱਕ ਵਾਰੀ ਇਹਨੂੰ ਮਰਨ ਦੀ ਜਾਟ ਸਮਝਾ ਦਿੱਤੀ ਜਾਵੇ। ਇੱਕ ਵਾਰੀ ਇਸ ਮੌਤ ਰੂਪੀ ਡੂੰਘੇ ਪਾਣੀ ਵਿੱਚ ਤਾਰੀ ਲਾਉਣੀ ਇਹਨੂੰ ਸਿਖਾ ਦਿੱਤੀ ਜਾਵੇ। ਫਿਰ ਆਪਣੀ ਤੇਗ ਨੰਗੀ ਕਰਕੇ ਜਦੋਂ ਸਿੱਖਾਂ ਦੇ ਸਿਰ ਮੰਗੇ ਨੇ, ਤੇ ਗੁਰੂ ਪਿਆਰਿਓ ਉਸ ਵੇਲੇ ਸਿੱਖਾਂ ਨੇ ਆਪਣੇ ਸਿਰ ਭੇਟ ਕੀਤੇ ਨੇ। ਤੇ ਇਹ ਵੀ ਯਾਦ ਰੱਖਣਾ, ਜੇ ਸ਼ਰਧਾ ਹੋਵੇ, ਭਾਵਨਾ ਹੋਵੇ ਸਿੱਖ ਦੇ ਮਨ ਦੇ ਅੰਦਰ, ਫਿਰ ਗੁਰੂ ਦੀ ਹਰ ਬਖਸ਼ਿਸ਼ ਹੀ ਬੜੀ ਮਹਾਨ ਜਾਪਦੀ ਹੈ। ਆਪਾਂ ਕੜਾਹ ਪ੍ਰਸ਼ਾਦ ਬੜੀ ਸ਼ਰਧਾ ਦੇ ਨਾਲ ਲੈਂਦੇ ਹਾਂ, ਕੁਣਕਾ ਵੀ ਇਹਨੂੰ ਕਹੀਦਾ ਹੈ। ਭਾਵਨਾ ਵਾਲੇ ਸਿੱਖ ਪ੍ਰਸ਼ਾਦ ਦਾ ਕੁਣਕਾ ਲੈਂਦੇ ਨੇ ਗੁਰੂ ਦੀ ਬਖਸ਼ਿਸ਼ ਜਾਣ ਕੇ। ਇਸ ਦਰ ਤੇ ਲੰਗਰ ਛਕਦੇ ਨੇ, ਭਾਵੇਂ ਕੋਈ ਇੱਕ ਪ੍ਰਸ਼ਾਦਾ ਛਕਦਾ ਹੈ, ਬਖਸ਼ਿਸ਼ ਜਾਣ ਕੇ। ਇਥੋਂ ਸਿਰੋਂ ਪਾਓ, ਜਾਣੀ ਕਿ ਵਡਿਆਈ ਸਤਿਕਾਰ ਕਿਸੇ ਨੂੰ ਮਿਲਦਾ ਹੈ। ਭਾਵਨਾ ਵਾਲੇ ਬਖਸ਼ਿਸ਼ ਜਾਣ ਕੇ ਸਿਰੋਂ ਪਾਓ ਹਾਸਲ ਕਰਦੇ ਨੇ, ਉਹਦਾ ਸਤਿਕਾਰ ਕਰਦੇ ਨੇ, ਸ਼ੁਕਰਾਨਾ ਕਰਦੇ ਨੇ। ਪ੍ਰੇਮ ਪਟੋਲਾ ਤੈਸਾ ਦਿੱਤਾ, ਢੱਕਨ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰਾ। ਹਰ ਗੱਲ ਵਿੱਚ ਬਖਸ਼ਿਸ਼ ਹੈ, ਪਰ ਭਾਵਨਾ ਵਾਲਿਆਂ ਵਾਸਤੇ, ਸ਼ਰਧਾ ਵਾਲਿਆਂ ਵਾਸਤੇ। ਮੈਂ ਫਿਰ ਦੁਹਰਾ ਦਿਆਂ, ਗੁਰੂ ਦਰ ਤੋਂ ਕੁਣਕਾ ਮਿਲੇ, ਕੜਾਹ ਪ੍ਰਸ਼ਾਦ ਮਿਲੇ, ਗੁਰੂ ਦੀ ਬਖਸ਼ਿਸ਼। ਗੁਰੂ ਦਰ ਤੋਂ ਵਡਿਆਈ ਸਤਿਕਾਰ ਮਿਲੇ, ਗੁਰੂ ਦੀ ਬਖਸ਼ਿਸ਼। ਤੇ ਸ਼ਰਧਾ ਭਾਵਨਾ ਵਾਲਿਆਂ ਵਾਸਤੇ ਗੁਰੂ ਦੇ ਹੱਥੋਂ ਮੌਤ ਵੀ ਮਿਲੇ ਨਾ, ਉਹ ਵੀ ਗੁਰੂ ਕੀ ਬਖਸ਼ਿਸ਼ ਹੈ। ਇਸ ਤੋਂ ਚੰਗਾ ਹੋਰ ਕੀ ਹੋ ਸਕਦਾ। ਦਸ਼ਮੇਸ਼ ਪਿਤਾ ਨੇ ਸਿਰ ਮੰਗੇ ਨੇ, ਗੁਰੂ ਕੇ ਸਿੱਖਾਂ ਨੇ ਭੇਟ ਕੀਤੇ ਨੇ, ਤੇ 5 ਮੰਗੇ ਤੇ 5 ਭੇਟ ਹੋਏ। ਹੋਰ ਮੰਗਦੇ ਤੇ ਹੋਰ ਭੇਟ ਹੋ ਜਾਣੇ ਸਨ। ਇਸ ਲਈ ਖਾਲਸਾ ਸਾਜਨਾ ਮੌਤ ਦਾ ਵਰਤਾਰਾ ਵਰਤਾ ਕੇ ਨਵਾਂ ਜੀਵਨ ਮੇਰੇ ਸਤਿਗੁਰੂ ਜੀ ਨੇ ਬਖਸ਼ਿਆ ਹੈ ਖਾਲਸੇ ਨੂੰ। ਕਵੀ ਜੀ ਇਸ ਦਾ ਜ਼ਿਕਰ ਕਰ ਰਹੇ ਹਨ। ਦੇਹ ਆਪਨ ਵੀ ਚੰਡ ਚੜਵਾਈ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਖਾਲਸਾ ਤੇਗ ਵਿੱਚੋਂ ਸਾਜਿਆ ਤੇ ਖਾਲਸੇ ਨੂੰ ਤੇਗ ਧਾਰੀ ਬਣਾਇਆ, ਆਪਣਾ ਸਰੀਰ ਵੀ ਆਖਰ ਨੂੰ ਸ਼ਸਤਰ ਦੀ ਭੇਟ ਕੀਤਾ ਹੈ। ਸ਼ਸਤਰ ਦੇ ਪ੍ਰਹਾਰ ਦੇ ਨਾਲ ਆਪਣਾ ਸਰੀਰ ਤਿਆਗ ਕੇ ਸ਼ਹਾਦਤ ਪਾਈ ਹੈ ਕਲਗੀਧਰ ਸੱਚੇ ਪਾਤਸ਼ਾਹ ਨੇ। ਗੁਰਦੇਵ ਪਾਤਸ਼ਾਹ ਕਿਹਾ ਕਰਦੇ ਸੀ ਨਾ, ਦੇਹ ਸ਼ਿਵਾ ਬਰ ਮੋਹਿ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਰੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੈ ਗੁਰ ਤਉ ਉਚਰੋ, ਜਬ ਆਬ ਕੀ ਔਦ ਨਿਦਾਨ ਬਨੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਆਇਆ ਸੀ ਇਹ ਵਕਤ ਚਮਕੌਰ ਦੀ ਗੜੀ ਵਿੱਚ,
ਪਰ ਖਾਲਸਾ ਪੰਥ ਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਗੜੀ ਛੱਡ ਜਾਵੋ। ਅੰਦਰਲੀ ਭਾਵਨਾ ਨੂੰ ਅੰਦਰ ਹੀ ਦੱਬ ਕੇ ਇਹ ਸੁਨਹਿਰੀ ਮੌਕਾ ਆਪਣੇ ਹੱਥੋਂ ਪੰਥ ਦੀ ਝੋਲੀ ਵਿੱਚ ਮਾਨੋ ਪਾ ਕੇ ਚਮਕੌਰ ਦੀ ਗੜੀ ਤੇ ਭਾਵੇਂ ਛੱਡ ਦਿੱਤੀ, ਪਰ ਆਪਣੇ ਸਰੀਰ ਦਾ ਅੰਤ ਗੁੱਲ ਖਾਂ ਤੇ ਅਤੌਲਾ ਖਾਂ ਦੇ ਰਾਹੀਂ ਸ਼ਸਤਰ ਤੇ ਪ੍ਰਹਾਰ ਦੇ ਨਾਲ ਹੀ ਕੀਤਾ ਹੈ। ਭਾਵੇਂ ਕੁਝ ਸਮਾਂ ਉਹ ਜ਼ਖਮ ਰਿਸ਼ਦਾ ਰਿਹਾ, ਜਾਂ ਕਹਿ ਲਈਏ ਵੀ ਟਾਂਕੇ ਆਦਿਕ ਲਾ ਕੇ ਕੁਝ ਸਮਾਂ ਬਤੀਤ ਕੀਤਾ, ਪਰ ਕਾਰਨ ਅਸਲੀ ਪਾਤਸ਼ਾਹ ਦੀ ਸ਼ਹਾਦਤ ਦਾ ਸ਼ਸਤਰ ਦਾ ਪ੍ਰਹਾਰ ਹੀ ਰਿਹਾ। ਉਹ ਅਰਦਾਸਾਂ, हे रब हे सस हे करुणा निध, मेरी अबह बिनती सुन लीजै, और न मांगत हूँ तुम ते किश, चाहत हूँ चित में सोई कीजै, शस्त्रन स्यों अतहीरण भीतर, जूझ मरो तव साच पतीजै, संत सहाय सदा जगमाए, कृपा कर श्याम यह बर दीजै। ਇਹ ਭਾਵਨਾ ਪ੍ਰਗਟ ਕੀਤੀ। ਕਵੀ ਜੀ ਕਹਿੰਦੇ ਨੇ ਆਪਣਾ ਸਰੀਰ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤੇਗ ਦੀ ਜਾਣੀ ਕਿ ਸ਼ਸਤਰ ਦੀ ਭੇਟ ਕਰ ਦਿੱਤਾ। ਵਾਹੋ ਤੁਰਕਨ ਸਿਰ ਭਈ ਬੁਰਾਈ, ਤੇ ਅਨੇਕਾਂ ਤੁਰਕ ਜਿਹੜੇ ਸਨ ਉਹਨਾਂ ਦੇ ਸਿਰ ਮਾਨੋਂ ਬੁਰਾਈ ਚੜ ਗਈ। ਬੁਰੇ ਖਿਆਲ ਗੁਰੂ ਸਾਹਿਬ ਦੇ ਪ੍ਰਤੀ ਜਾਂ ਗੁਰੂ ਨਾਨਕ ਦੇ ਘਰ ਦੇ ਪ੍ਰਤੀ ਈਰਖਾ ਪੈਦਾ ਹੋਈ ਹੈ। ਪੰਥ ਖਾਤਰ ਗੁਰ ਇਤੀ ਕਮਾਈ, ਪੰਥ ਦੇ ਵਾਸਤੇ ਮੇਰੇ ਪਾਤਸ਼ਾਹ ਨੇ ਇੰਨੀ ਵੱਡੀ ਕਮਾਈ ਕੀਤੀ ਹੈ। ਕਿੰਨੀ ਕੁ ਵੱਡੀ ਕਮਾਈ ਹੈ। ਗੁਰੂ ਨਾਨਕ ਦੇਵ ਸਾਹਿਬ ਤੋਂ ਜੇ ਗੱਲ ਆਰੰਭ ਕਰੀ ਜਾਵੇ, ਮੈਂ ਕੇਵਲ ਟੂਕ ਮਾਤਰ ਬੇਨਤੀ ਕਰਦਿਆਂ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਸੰਸਾਰ ਦੇ ਭਲੇ ਵਾਸਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਭੋਜਨ ਜਿਹੜੇ ਸਰੀਰ ਵਾਸਤੇ ਢੁਕਵੇਂ ਨਹੀਂ ਸਨ, ਅੱਕ ਦੇ ਜਿਹੜੇ ਫਲ ਹੁੰਦੇ ਨੇ, ਜ਼ਹਿਰੀਲਾ ਫਲ, ਕੌੜਾ ਫਲ, ਉਹ ਖਾ ਕੇ ਵੀ ਸਮਾਂ ਟਪਾਇਆ। ਕਈ ਰਾਤਾਂ ਰੋੜਾਂ ਵਾਲੀ ਧਰਤੀ ਦੇ ਉੱਤੇ ਵੀ ਬਤੀਤ ਕੀਤੀਆਂ। ਸਾਰੇ ਸੁੱਖ ਤਿਆਗ ਕੇ ਸੰਸਾਰ ਦਾ ਭਲਾ ਕੀਤਾ। ਚਲਦੇ ਗਏ ਇਹ ਪਰਉਪਕਾਰ। ਆਖਰ ਨੂੰ ਜੇ ਪਹਿਲੇ ਜਾਮੇ ਵਿੱਚ ਰੋੜਾਂ ਦੇ ਉੱਤੇ ਪਾਤਸ਼ਾਹ ਸੁੱਤੇ ਸੀ ਨਾ, ਜਦੋਂ 10ਵਾਂ ਜਾਮਾ ਆਇਆ, ਸਰੀਰਕ ਆਖਰੀ ਜਾਮਾ, ਸਭ ਕੁਝ ਕੁਰਬਾਨ ਕਰਕੇ, ਸਰਬੰਸ ਕੁਰਬਾਨ ਕਰਕੇ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੀ ਧਰਤੀ ਦੇ ਉੱਤੇ ਫਿਰ ਕੰਡਿਆਂ ਦੀ ਵਿਛਾਈ ਦੇ ਉੱਤੇ ਸੌਂ ਰਹੇ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਐਸੀ ਭਾਰੀ ਕਰੀ ਤਪੱਸਿਆ, ਵੱਡੀ ਭਾਰੀ ਤਪੱਸਿਆ ਭਾਵ ਪਰਉਪਕਾਰ, ਕਸ਼ਟਾਂ ਨੂੰ ਸਹਾਰਦਿਆਂ ਹੋਇਆਂ ਪੰਥ ਦੇ ਉੱਤੋਂ, ਸੰਸਾਰ ਉੱਤੋਂ ਕੀਤੇ। ਤੂੰ ਦੁਸ਼ਟ ਨੇ ਨਾਹੀ ਸੁਨਾਈ, ਇੰਨੀਆਂ ਵੱਡੀਆਂ ਕੁਰਬਾਨੀਆਂ, ਗੁਰੂ ਸਾਹਿਬ ਦੀਆਂ ਸ਼ਹਾਦਤਾਂ, ਖਾਲਸੇ ਦੀਆਂ ਸ਼ਹਾਦਤਾਂ, ਉਹ ਜਿਹੜੀਆਂ ਕਾਜੀ ਬੂਟੇ ਸ਼ਾਹ ਨੇ ਨਾ, ਕਵੀ ਜੀ ਕਹਿੰਦੇ ਇੱਕ ਵੀ ਨਾ ਦੱਸੀ। ਕੈਪਟਨ ਮਰੇ ਕੋਲ ਇਹਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਹੈ। ਦੋਹਰਾ ਪਾਪੀਏ ਅਪਰਾਧ ਬਿਨ, ਸ਼ੀਰ ਖੋਰ ਗੁਰਬਾਦ। ਉਧਰ ਜਿਹੜਾ ਬਿਨਾਂ ਕਿਸੇ ਦੋਸ਼ ਤੋਂ ਸਰਹੰਦ ਦੀ ਧਰਤੀ ਦੇ ਉੱਤੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸ਼ੀਰ ਖੋਰ ਬਾਲਕ ਭਾਵ ਛੋਟੇ ਸਾਹਿਬਜ਼ਾਦੇ। ਸ਼ੀਰ ਖੋਰ ਕੀ ਹੋ? ਸ਼ੀਰ ਕਿਹਾ ਜਾਂਦਾ ਦੁੱਧ ਨੂੰ। ਤੇ ਤੁਸੀਂ ਜਾਣਦੇ ਹੋ, ਜਿਹੜੀ ਨਵੀਂ ਜਨਰੇਸ਼ਨ ਨਹੀਂ ਜਾਣਦੀ, ਉਹ ਕਦੇ ਵੱਡਿਆਂ ਕੋਲੋਂ ਪੁੱਛ ਕੇ ਵੇਖੋ, ਜਿਹੜੇ 12 ਸਾਲ ਦੀ ਉਮਰ ਤੱਕ ਲਗਭਗ ਪਹਿਲੇ ਦੰਦ ਹੁੰਦੇ ਨੇ ਨਾ ਬੱਚੇ ਦੇ, ਇਹਨਾਂ ਨੂੰ ਦੁੱਧ ਵਾਲੇ ਦੰਦ ਕਿਹਾ ਜਾਂਦਾ ਹੈ। ਸ਼ੀਰ ਖੋਰ ਤੋਂ ਭਾਵ ਹੈ ਇੰਨੀ ਛੋਟੀ ਉਮਰ, ਇੰਨੀਆਂ ਛੋਟੀਆਂ ਉਮਰਾਂ ਜਿਨ੍ਹਾਂ ਦੇ ਅਜੇ ਦੰਦ ਵੀ ਨਹੀਂ ਸੀ ਟੁੱਟੇ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਉਹਨਾਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਜਾਂ ਉਹਨਾਂ ਦੀ ਕੁਰਬਾਨੀ ਦੀ ਕੋਈ ਗੱਲ। ਇਹ ਦੋਛੇ ਫੜ ਗਲ ਕੱਟੇ, ਕਹਿਓ ਨਾ ਉਨੈ ਹਵਾਲ। ਨਿਰਦੋਸ਼ ਹੀ ਫੜ ਕੇ ਸ਼ਹੀਦ ਕਰ ਦਿੱਤੇ ਸਮੇਂ ਦੇ ਹੁਕਮਰਾਨਾਂ ਨੇ। ਸੋ ਝੂਠੇ ਫਤਵੇ, ਮੈਂ ਝੂਠਾ ਫਤਵਾ ਤਾਂ ਕਹਿ ਰਿਹਾ, ਗੁਰਮੁਖ ਪਿਆਰਿਓ, ਦਾਸ ਦੀ ਲਾਇਬ੍ਰੇਰੀ ਦੇ ਅੰਦਰ ਕੁਰਾਨ ਮਜੀਦ ਮੌਜੂਦ ਹੈ। ਕੁਝ ਗੱਲਾਂ ਜਿਹੜੀਆਂ ਮੈਂ ਆਪ ਕੁਰਾਨ ਵਿੱਚੋਂ ਪੜ੍ਹੀਆਂ, ਉਹਦੇ ਆਧਾਰ ਤੇ ਬੇਨਤੀ ਕਰਨ ਲੱਗੀ। ਕੁਰਾਨ ਦੇ ਅੰਦਰ ਇਹ ਵਿਸ਼ੇਸ਼ ਤੌਰ ਤੇ ਜ਼ਿਕਰ ਹੈ ਵੀ ਜਿਹੜੀ ਸਰਾ ਹੈ ਨਾ, ਉਹ 12 ਸਾਲ ਦੇ ਘੱਟ ਉਮਰ ਦੇ ਬੱਚੇ ਦੇ ਉੱਤੇ ਲਾਗੂ ਨਹੀਂ ਹੋ ਸਕਦੀ।
ਕੋਈ ਫਤਵਾ ਬੱਚੇ ਨੂੰ ਨਹੀਂ ਦਿੱਤਾ ਜਾ ਸਕਦਾ, ਅਜੇ ਉਹਨੂੰ ਸੋਝੀ ਕੋਈ ਨਹੀਂ ਹੈ। 12 ਸਾਲ ਤੋਂ ਉੱਪਰ ਉਮਰ ਦੇ ਉੱਤੇ ਫਤਵਾ ਲਾਗੂ ਹੋ ਸਕਦਾ ਹੈ, ਪਰ ਸਾਰੇ ਕਾਨੂੰਨ ਸਿੱਕੇ ਟੰਗ ਕੇ ਧਾਰਮਿਕ ਮਰਜ਼ਾਦਾ ਸ਼ਰ੍ਹਾ ਨੂੰ ਸਿੱਕੇ ਟੰਗ ਕੇ ਸਾਹਿਬਜ਼ਾਦਿਆਂ ਨੂੰ ਫਤਵੇ ਦਿੱਤੇ ਗਏ। ਜਿਹੜੀਆਂ ਜ਼ਾਲਮ ਸਰਕਾਰਾਂ ਹੁੰਦੀਆਂ ਇਸੇ ਤਰ੍ਹਾਂ ਕਰਿਆ ਕਰਦੀਆਂ, ਉਹ ਆਪਣੇ ਕਾਨੂੰਨ ਆਪ ਤੋੜ ਦਿਆ ਕਰਦੀਆਂ ਨੇ। ਸਾਡੇ ਨਾਲ ਵੀ ਤੇ ਇਹੀ ਵਰਤਾਰੇ ਵਰਤਦੇ ਆ ਰਹੇ ਨੇ। ਭਾਰਤ ਦਾ ਕਾਨੂੰਨ ਕੁਝ ਹੋਰ ਕਹਿੰਦਾ ਹੈ, ਪਰ ਸਿੱਖਾਂ ਵਾਸਤੇ ਜਾਂ ਘੱਟ ਗਿਣਤੀਆਂ ਵਾਸਤੇ ਕਾਨੂੰਨ ਬਦਲ ਜਾਂਦਾ ਹੈ। ਅੱਜ ਮੋਰਚੇ ਲੱਗ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ, ਕਿਉਂ ਲਾਉਣੇ ਪੈ ਰਹੇ ਨੇ? ਕਿਉਂਕਿ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੋ ਗਿਆ ਹੈ। ਉਹ ਕੈਦਾਂ ਜਿਹੜੀਆਂ ਕੋਰਟਾਂ ਨੇ, ਅਦਾਲਤਾਂ ਨੇ ਸੁਣਾਈਆਂ ਸੀ, ਉਹ ਭਾਵੇਂ ਗੁਰੂ ਕੇ ਸਿੱਖਾਂ ਨੇ ਪੂਰੀਆਂ ਵੀ ਕਰ ਲਈਆਂ ਨੇ, ਪਰ ਰਿਹਾ ਨਹੀਂ ਕੀਤਾ ਜਾ। ਕਾਨੂੰਨ ਹੁਕਮਰਾਨਾਂ ਦੇ ਆਪਣੇ ਹੁੰਦੇ ਨੇ, ਉਹ ਵਰਤਦੇ ਵੀ ਆਪਣੇ ਮਤਲਬ ਅਨੁਸਾਰ ਹੁੰਦੇ ਨੇ। ਇਹ ਅੱਜ ਨਹੀਂ, ਆਦਿ ਕਾਲ ਤੋਂ ਐਸਾ ਹੁੰਦਾ ਆ ਰਿਹਾ। ਕਵੀ ਜੀ ਕਹਿੰਦੇ ਸਾਹਿਬਜ਼ਾਦਿਆਂ ਦੇ ਉੱਤੇ ਫਤਵੇ ਲਾਏ, ਬੜਾ ਅਨਾਦਰ ਪਾਪ ਕੀਤਾ ਪਾਪੀਆਂ ਨੇ। ਇਹ ਸਭ ਕੁਝ ਵਰਤਾਰੇ ਵਰਤੇ ਹਨ ਇਤਿਹਾਸ ਵਿੱਚ। ਚੌਪਈ ਵੀਰ ਬਹਾਦਰ ਸ਼ਾਹੀ ਗੁਰ ਲਿਓ ਰਜਾਈ। ਤੇ ਉਸ ਤੋਂ ਬਾਅਦ ਬਹਾਦਰ ਸ਼ਾਹ ਜਿਹੜਾ ਔਰੰਗਜ਼ੇਬ ਦਾ ਪੁੱਤਰ ਸੀ, ਤੇ ਉਹਨੇ ਗੁਰੂ ਸਾਹਿਬ ਨੂੰ ਭਾਈ ਨੰਦ ਲਾਲ ਜੀ ਦੇ ਰਾਹੀਂ ਬੇਨਤੀ ਕੀਤੀ, ਪ੍ਰਸੰਨ ਕਰ ਲਿਆ। ਤੇ ਉਹਨੂੰ ਉਹਦੇ ਉੱਤੇ ਪ੍ਰਸੰਨ ਹੋ ਕੇ ਕਲਗੀਧਰ ਸੱਚੇ ਪਾਤਸ਼ਾਹ ਨੇ ਰਾਜ ਭਾਗ ਵੀ ਬਖਸ਼ਿਆ, ਦਿੱਲੀ ਦਾ ਤਖਤ ਵੀ ਉਹਨੂੰ ਬਖਸ਼ ਦਿੱਤਾ। ਗੁਰਮੁਖੋ, ਇਹ ਵੀ ਗੁਰੂ ਨਾਨਕ ਦੇ ਘਰ ਦੀ ਵੱਡੀ ਵਡਿਆਈ ਹੈ। ਪਿਤਾ ਭਾਵੇਂ ਗੁਰੂ ਨਾਨਕ ਦੇ ਘਰ ਦਾ ਦੋਖੀ ਹੈ, ਗੁਰੂ ਨਾਨਕ ਦੀ ਗੱਦੀ ਦਾ ਵਿਰੋਧ ਕਰ ਰਿਹਾ, ਢਾਹ ਲਾ ਰਿਹਾ, ਗੁਰੂ ਸਾਹਿਬ ਦੀਆਂ ਸ਼ਹਾਦਤਾਂ ਤੱਕ ਹੋ ਜਾਂਦੀਆਂ ਨੇ। ਪਰ ਉਸੇ ਜ਼ਾਲਮ ਦਾ ਪੁੱਤਰ ਜੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਨਾ, ਸਤਿਗੁਰੂ ਨੇ ਉਹਨੂੰ ਵੀ ਗਲੇ ਲਾ ਲਿਆ ਹੈ। ਜਹਾਂਗੀਰ ਖੁਦ ਹੀ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਹੈ, ਪਰ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਨ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਵੀ ਸਤਿਕਾਰ ਦੇ ਦਿੱਤਾ ਹੈ। ਇਸੇ ਤਰ੍ਹਾਂ ਔਰੰਗਜ਼ੇਬ ਭਾਵੇਂ ਬਹੁਤ ਵੱਡਾ ਜ਼ਾਲਮ ਹੈ, ਪਾਪੀ ਹੈ, ਤੇ ਵੱਡੇ ਦੁੱਖ ਸੰਸਾਰ ਨੂੰ ਦੇਣ ਵਾਲਾ ਤੇ ਸਾਹਿਬਜ਼ਾਦਿਆਂ ਦਾ ਕਾਤਲ ਵੀ ਹੈ, ਪਰ ਜਿਸ ਵੇਲੇ ਉਹਦਾ ਪੁੱਤਰ ਸ਼ਰਨ ਵਿੱਚ ਆਉਂਦਾ ਹੈ ਨਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਬਹਾਦਰ ਸ਼ਾਹ ਨੂੰ ਵੀ ਪਾਤਸ਼ਾਹ ਨੇ ਮਾਨੋ ਗਲੇ ਲਾ ਕੇ ਰਾਜ ਭਾਗ ਬਖਸ਼ਿਆ ਹੈ। ਬਾਦਸ਼ਾਹੀ ਕੀ ਯੋ ਸਭ ਕਲਾ ਦਿਖਾਈ। ਬਾਦਸ਼ਾਹੀ ਦੀ ਇਹ ਕਲਾ ਭਾਵ ਨੂੰ ਮੁੜ ਕੇ ਗੱਦੀ ਤੇ ਬਿਠਾ ਦੇਣਾ, ਅਤੇ ਗੁਰੂ ਨਾਨਕ ਦੀ ਪਾਤਸ਼ਾਹੀ ਵਿੱਚ ਕਿੰਨੀਆਂ ਬਰਕਤਾਂ ਤਾਕਤਾਂ ਹਨ, ਇਹ 10ਵੇਂ ਪਾਤਸ਼ਾਹ ਨੇ ਵਿਖਾ ਦਿੱਤੀਆਂ। ਭੇਜ ਬੰਦੇ ਕਉ ਫਿਰ ਕੋਹਿ ਲਈ। ਤੇ ਜਿਸ ਵੇਲੇ ਬਹਾਦਰ ਸ਼ਾਹ ਫਿਰ ਬਾਗੀ ਹੋਇਆ, ਜਿਸ ਵੇਲੇ 17 ਜ਼ਾਲਮ ਦੋਸ਼ੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਹਾਦਰ ਸ਼ਾਹ ਦੇ ਕੋਲੋਂ ਆਗਰੇ ਦੀ ਧਰਤੀ ਤੇ ਮੰਗੇ ਸਨ, ਉਸ ਵੇਲੇ ਆਪਣੀ ਜੋ ਰਾਜ ਭਾਗ ਸੀ ਉਹਦੇ ਵਿੱਚ ਖਲਲ ਨਾ ਪੈ ਜਾਵੇ, ਬਗਾਵਤ ਨਾ ਹੋ ਜਾਵੇ, ਇਸ ਡਰ ਦੇ ਕਾਰਨ ਉਹ 17 ਦੋਸ਼ੀ ਹਵਾਲੇ ਕਰਨ ਤੋਂ, ਗ੍ਰਿਫਤਾਰ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਬਹਾਦਰ ਸ਼ਾਹ ਨੇ। ਤੇ ਫਿਰ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਕਵੀ ਜੀ ਲਿਖਦੇ ਨੇ ਵੀ ਨਾਂਦੇੜ ਦੀ ਧਰਤੀ ਤੋਂ ਬੰਦਾ ਸਿੰਘ ਬਹਾਦਰ ਨੂੰ ਭੇਜ ਕਰਕੇ ਉਹ ਰਾਜ ਫਿਰ ਨਾਸ਼ ਕਰਵਾ ਦਿੱਤਾ ਸੀ। ਇੱਥੇ ਇੱਕ ਬੇਨਤੀ ਗੁਰਮੁਖੋ ਕਰਦੇ ਹਾਂ, ਇਹ ਸਤਿਗੁਰੂ ਦੀ ਕਲਾ ਹੈ, ਸਤਿਗੁਰੂ ਦੇ ਅੰਦਰ ਇਹ ਸ਼ਕਤੀ ਹੈ, ਸਮਰੱਥਾ ਹੈ। ਜਿਵੇਂ ਉਹ ਭਾਵੇ ਵੀ ਕੀੜਾ ਪਾਠ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਰ, ਇਹ ਗੁਰੂ ਦੀ ਕਲਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਦੇ ਵਿੱਚੋਂ ਮੈਂ 2 ਮਨੁੱਖਾਂ ਦਾ ਜ਼ਿਕਰ ਕਰਨ ਲੱਗਿਆ। ਇੱਕ ਔਰੰਗਜ਼ੇਬ ਦਾ ਜਰਨੈਲ ਹੈ, ਨਾਮ ਹੈ ਸੈਦ ਖਾਂ। ਰਿਸ਼ਤੇ ਮੁਤਾਬਕ ਪੀਰ ਬੁੱਧੂ ਸ਼ਾਹ ਦੀ ਪਤਨੀ ਨਸੀਰਾਂ ਦਾ ਚਚੇਰਾ ਭਾਈ ਹੈ, ਤੇ ਇਹ ਦਿੱਲੀ ਤੋਂ ਚੜ੍ਹ ਕੇ ਅਨੰਦਪੁਰ ਸਾਹਿਬ ਵੱਲ ਆਇਆ ਹੈ। ਔਰੰਗਜ਼ੇਬ ਦੇ ਦਰਬਾਰ ਵਿੱਚ ਕਸਮਾਂ ਖਾ ਕੇ ਮੈਂ ਅਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿੰਦਾ ਜਾਂ ਮੁਰਦਾ ਦਰਬਾਰ ਵਿੱਚ ਪੇਸ਼ ਕਰ ਦਿਆਂਗਾ। ਰਸਤੇ ਵਿੱਚ ਨਸੀਰਾਂ ਨਾਲ ਮੇਲ ਹੋਇਆ, ਉਹਨੇ ਬੜਾ ਸਮਝਾਇਆ, ਨਾ ਮੰਨਿਆ। ਅਰਦਾਸਾਂ ਕੀਤੀਆਂ ਨਸੀਰਾਂ ਨੇ ਕਿ ਸੱਚੇ ਪਾਤਸ਼ਾਹ ਮੇਰੇ ਭਰਾ ਦੀ ਮੱਤ ਮਾਰੀ ਗਈ ਹੈ, ਆਪ ਜੀ ਕਿਰਪਾ ਕਰੋ, ਇਹਨੂੰ ਸੋਝੀ ਬਖਸ਼ ਦਿਓ, ਇਹਦਾ ਭਲਾ ਕਰ ਦਿਓ। ਉਹ ਅਰਦਾਸ ਗੁਰੂ ਦਰ ਤੇ ਕਬੂਲ ਹੋਈ। ਤੇ ਜਿਸ ਵੇਲੇ ਇਹ ਪਹੁੰਚਿਆ, ਕਲਗੀਧਰ ਸੱਚੇ ਪਾਤਸ਼ਾਹ ਆਪ ਘੋੜੇ ਤੇ ਸਵਾਰ ਹੋ ਕੇ ਅੱਗੇ ਮੈਦਾਨ ਵਿੱਚ ਆਏ ਤੇ ਉਹਨੂੰ ਦਰਸ਼ਨ ਬਖਸ਼ੇ। ਮੈਂ ਗੱਲ ਸੰਖੇਪ ਵਿੱਚ ਕਹਿ ਦਿਆਂ, ਜਿਸ ਵੇਲੇ ਗੁਰੂ ਪਾਤਸ਼ਾਹ ਨਾਲ ਨਜ਼ਰ ਮਿਲੀ, ਇਹਦੀਆਂ ਨਜ਼ਰਾਂ ਝੁਕ ਗਈਆਂ, ਦਰਸ਼ਨ ਕਰਕੇ ਨਿਹਾਲ ਹੋਇਆ, ਘੋੜੇ ਤੋਂ ਉਤਰਿਆ ਤੇ ਸਹਿਜੇ ਕਦਮ ਪੁੱਟਦਿਆਂ ਪਾਤਸ਼ਾਹ ਦੇ
ਜੋ ਰਕਾਬ ਵਿੱਚ ਘੋੜੇ ਦੇ ਉੱਤੇ ਬੈਠਿਆ ਚਰਨ ਸੀ ਉਹਦੇ ਉੱਤੇ ਜਾ ਕੇ ਆਪਣਾ ਸੀਸ ਟਿਕਾ ਦਿੱਤਾ ਸੀ। ਬਖਸ਼ਿਸ਼ ਹੋਈ। ਇਹ ਜਿਹੜਾ ਜਰਨੈਲ ਚੜ ਕੇ ਆਇਆ ਤੇ ਮੁੜ ਕੇ ਇਹਨੇ ਸਾਰਾ ਸਮਾਂ ਬੰਦਗੀ ਵਿੱਚ ਬਤੀਤ ਕਰ ਦਿੱਤਾ ਇੱਕ ਫਕੀਰ ਦੇ ਰੂਪ ਦੇ ਵਿੱਚ। ਜਰਨੈਲ ਚੜ ਕੇ ਆਇਆ, ਉਹਨੂੰ ਸੰਤ ਬਣਾ ਦਿੱਤਾ, ਸਾਧ ਬਣਾ ਦਿੱਤਾ। ਇੱਕ ਸਾਧ ਉੱਤੇ ਨਜ਼ਰ ਪਈ ਹੈ ਮਾਧੋ ਦਾਸ ਬੈਰਾਗੀ ਦੇ ਉੱਤੇ, ਨਾਂਦੇੜ ਦੀ ਧਰਤੀ ਗੋਦਾਵਰੀ ਦਾ ਕੰਢਾ। ਜਦੋਂ ਉਹਦੇ ਤੇ ਨਜ਼ਰ ਪਈ ਉਹਨੂੰ ਥਾਪੜਾ ਦਿੱਤਾ ਤੇ ਉਸ ਸਾਧ ਨੂੰ ਜਰਨੈਲ ਬਣਾ ਕੇ ਪੰਜਾਬ ਵੱਲ ਤੋਰ ਦਿੱਤਾ ਸੀ। ਇਹ ਗੁਰੂ ਦੀ ਕਲਾ ਹੈ। ਮੈਂ ਫਿਰ ਦੁਹਰਾ ਦਿਆਂ, ਸਤਿਗੁਰੂ ਦੀ ਨਜ਼ਰ ਪੈ ਜਾਵੇ ਉਹ ਜਰਨੈਲ ਨੂੰ ਸੰਤ ਬਣਾ ਸਕਦੀ ਹੈ, ਸਿਪਾਹੀ ਨੂੰ ਸੰਤ ਬਣਾ ਸਕਦੀ ਹੈ। ਸਤਿਗੁਰੂ ਨੂੰ ਪਾ ਜਾਵੇ ਸੰਤ ਨੂੰ ਸਿਪਾਹੀ ਬਣਾ ਸਕਦੀ ਹੈ। ਇਸੇ ਕਰਕੇ ਖਾਲਸਾ ਸੰਤ ਸਿਪਾਹੀ ਸਾਜਿਆ ਮੇਰੇ ਪਾਤਸ਼ਾਹ। ਇੱਥੇ ਕਵੀ ਜੀ ਜ਼ਿਕਰ ਕਰਦੇ ਨੇ, ਕਹਿੰਦੇ ਸਤਿਗੁਰੂ ਦੀ ਕਲਾ ਵੇਖੋ। ਜਿਸ ਵੇਲੇ ਬਹਾਦਰ ਸ਼ਾਹ ਵੀ ਬਾਗੀ ਹੋ ਗਿਆ, ਭਾਵ ਮੁੱਕਰ ਗਿਆ, ਤੇ ਫਿਰ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਦੇ ਰਾਹੀਂ ਤੇਜ ਬੰਦੇ ਕੋ ਫਿਰ ਖੋਹੇ ਲਈ, ਬੰਦਾ ਬਹਾਦਰ ਨੂੰ ਭੇਜ ਕਰਕੇ ਇਹ ਦਿੱਲੀ ਦੀ ਬਾਦਸ਼ਾਹੀ ਜਾਂ ਪੰਜਾਬ ਦੀ ਧਰਤੀ ਦਾ ਰਾਜ ਵਾਪਸ ਲੈ ਲਿਆ ਸੀ। ਭਾਵ ਬੰਦਾ ਸਿੰਘ ਬਹਾਦਰ ਨੇ ਖਾਲਸਾ ਰਾਜ ਕਾਇਮ ਕੀਤਾ ਸੀ ਜਮਨਾ ਦੇ ਕਿਨਾਰੇ। ਅੱਜ ਕੱਲ ਹਰਿਆਣੇ ਵਿੱਚ ਇਹ ਇਲਾਕਾ ਪੈਂਦਾ, ਯੂਪੀ ਦੇ ਨੇੜੇ ਜਾਂ ਕਹੀਏ ਜਮਨਾ ਦੇ ਨੇੜੇ, ਤੇ ਮੁਖਲਸਗੜ੍ਹ ਨਾਮ ਦਾ ਇੱਕ ਪਿੰਡ ਵਸਦਾ। ਹੁਣ ਤੇ ਇਹ ਪਿੰਡ ਬਹੁਤ ਨਾ ਮਾਤਰ ਰਹਿ ਗਿਆ। ਇਸ ਨੂੰ ਰਾਜਧਾਨੀ ਬਣਾਇਆ ਸੀ ਬੰਦਾ ਸਿੰਘ ਬਹਾਦਰ ਨੇ। ਦਿੱਲੀ ਤੋਂ ਕੋਈ ਬਹੁਤਾ ਦੂਰ ਨਹੀਂ ਸੀ। ਰਾਜ ਕਾਇਮ ਕੀਤਾ ਸੀ ਖਾਲਸਾ ਰਾਜ। ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਖਾਲਸਾ ਰਾਜ ਕਾਇਮ ਕੀਤਾ ਬੰਦਾ ਸਿੰਘ ਬਹਾਦਰ ਨੇ। ਕਵੀ ਜੀ ਕਹਿੰਦੇ ਗੁਰੂ ਨੇ ਕਲਾ ਵਰਤਾਈ ਹੈ, ਇਹ ਸਮਰੱਥਾ ਵਿਖਾਈ ਹੈ। ਤਤ ਖਾਲਸੇ ਪੈ ਸੋ ਆਈ, ਆਖਰ ਨੂੰ ਫਿਰ ਬੰਦਈ ਖਾਲਸਾ ਤੇ ਤਤ ਖਾਲਸੇ ਦਾ ਆਪਸ ਵਿੱਚ ਤਕਰਾਰ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਕੁਝ ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੰਨੀ ਉੱਚੀ ਪਦਵੀ ਆਪਣੇ ਨਜ਼ਰਾਂ ਵਿੱਚ ਜਾਂ ਸ਼ਰਧਾ ਵਿੱਚ ਦਿੱਤੀ ਵੀ ਗੁਰੂ ਹੀ ਮੰਨਣਾ ਸ਼ੁਰੂ ਕਰ ਦਿੱਤਾ ਸੀ। ਭਾਈ ਮਨੀ ਸਿੰਘ ਨੇ ਇਸ ਝਗੜੇ ਨੂੰ ਨਿਬੇੜਿਆ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ 2 ਪਰਚੀਆਂ ਤਤ ਖਾਲਸਾ ਤੇ ਬੰਦਈ ਖਾਲਸਾ ਉਹਨਾਂ ਤੇ ਅਲੱਗ-ਅਲੱਗ ਲਿਖਿਆ ਗਿਆ। ਅਰਦਾਸ ਕਰਕੇ ਹਰ ਕੀ ਪੌੜੀ ਦਾ ਸਥਾਨ, ਕਈਆਂ ਦੇ ਸ਼ਾਇਦ ਗਿਆਤ ਵਿੱਚ ਨਾ ਹੋਵੇ ਹਰ ਕੀ ਪੌੜੀ ਕਿਹੜੀ ਹੈ। ਜਦੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਕੇ ਗੁਰਮੁਖੋ ਤੁਸੀਂ ਦਰਸ਼ਨ ਕਰਦੇ ਹੋ ਨਾ, ਫਿਰ ਬਾਹਰ ਨਿਕਲ ਕੇ ਅੰਦਰਲੀ ਪਰਿਕਰਮਾ ਜਿਹੜੀ ਹਰਿਮੰਦਰ ਸਾਹਿਬ ਦੀ ਕੰਧ ਦੇ ਨਾਲ ਹੈ, ਉਹ ਪਰਿਕਰਮਾ ਕਰਦਿਆਂ ਪਿਛਲੇ ਪਾਸੇ ਜਾਂਦੇ ਹੋ ਤੇ ਪਿਛਲੇ ਪਾਸੇ ਅੰਮ੍ਰਿਤ ਸਰੋਵਰ ਦਾ ਅੰਮ੍ਰਿਤ ਜਲ ਦਾ ਚੂੜਾ ਛਕਦੇ ਹੋ ਨਾ, ਉਹ ਜਿਹੜੀ ਪੌੜੀ ਹੈ ਉਹਨੂੰ ਹਰ ਕੀ ਪੌੜੀ ਕਿਹਾ ਜਾਂਦਾ ਹੈ। ਸੋ ਹਰ ਕੀ ਪੌੜੀ ਦੇ ਸਥਾਨ ਤੇ ਇਹ 2 ਪਰਚੀਆਂ ਪਾ ਕੇ ਵੀ ਜਿਹੜੀ ਪਰਚੀ ਤੈਰ ਕੇ ਬਾਹਰ ਆਵੇ ਉਸ ਨੂੰ ਪ੍ਰਵਾਨ ਕਰ ਲਿਆ ਜਾਵੇ। ਤਤ ਖਾਲਸਾ ਦੀ ਪਰਚੀ ਤੈਰ ਕੇ ਬਾਹਰ ਆਈ ਤੇ ਭਾਈ ਮਨੀ ਸਿੰਘ ਨੇ ਬੰਦਈ ਖਾਲਸਾ ਨੂੰ, ਜਿਹੜੇ ਸਿੰਘ ਉਸ ਪਾਸੇ ਖਿਆਲ ਰੱਖਦੇ ਸੀ, ਉਹਨਾਂ ਨੂੰ ਸਮਝਾ ਕੇ ਪੰਥ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਤੇ ਉਸ ਵੇਲੇ 5 ਹਿੱਸਿਆਂ ਵਿੱਚ ਪੰਥ ਨੂੰ ਦਲਾਂ ਵਿੱਚ ਵੰਡਿਆ ਗਿਆ। ਕਿਉਂਕਿ ਇੱਕ ਨਿਯਮ ਹੁੰਦਾ ਫੌਜ ਦਾ, ਅਕਾਲ ਪੁਰਖ ਦੀ ਫੌਜ, ਖਾਲਸੇ ਦਾ ਵੀ ਇਹ ਨਿਯਮ ਵੀ ਜਿਵੇਂ ਰੈਜੀਮੈਂਟਾਂ ਬਣਾਈਆਂ ਜਾਂਦੀਆਂ ਤੇ 5 ਮੰਨੋ ਦਲ ਰੈਜੀਮੈਂਟਾਂ ਦੇ ਰੂਪ ਵਿੱਚ ਬਣਾਏ ਤੇ ਇੱਕ ਬੁੱਢਾ ਦਲ ਵਿੱਚ ਭਾਵ ਜਿਹੜੇ ਉਮਰ ਕਰਕੇ ਵੱਡੇ ਸਿੰਘ ਸਨ, ਬਜ਼ੁਰਗ ਸਨ, ਉਹਨਾਂ ਦਾ ਦਲ ਬਣਾਇਆ ਗਿਆ। ਉਹ ਸਭ ਤੋਂ ਉੱਚੇ ਥਾਂ ਤੇ ਸਤਿਕਾਰ ਉਹਨਾਂ ਨੂੰ ਦਿੱਤਾ ਗਿਆ। ਫੈਸਲੇ ਲੈਣ ਦੇ ਅਧਿਕਾਰ, ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ, ਇਹ ਸਾਰਾ ਕੁਝ ਬੁੱਢਾ ਦਲ ਦੇ ਹਵਾਲੇ ਕੀਤਾ ਗਿਆ। ਤੇ ਨੌਜਵਾਨਾਂ ਦੀ ਗਿਣਤੀ ਵਧੇਰੇ ਸੀ ਤੇ ਫਿਰ ਉਹਦਾ ਤਰਣਾ ਦਾ ਅਰਥ ਨੌਜਵਾਨ ਹੁੰਦਾ ਹੈ। ਤੇ ਨੌਜਵਾਨਾਂ ਨੂੰ 4 ਹਿੱਸਿਆਂ ਵਿੱਚ ਵੰਡ ਕੇ 4 ਤਰਣਾ ਦਲ ਕਾਇਮ ਕੀਤੇ ਗਏ, ਜਾਂ ਕਹੀਏ ਵੀ ਤਰਣਾ ਦਲ ਦੇ 4 ਹਿੱਸੇ ਬਣਾਏ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਕਮਾਂਡ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਦੇ ਹਿੱਸੇ ਆਈ, ਜਿਹਦਾ ਨਾਮ ਮਿਸਲ ਸ਼ਹੀਦਾਂ ਪਿਆ। ਤੇ ਇਹ ਬਾਅਦ ਵਿੱਚ ਜਾ ਕੇ ਮਿਸਲਾਂ ਵੇਲੇ ਵੀ ਆਪਣੀ ਹੋਂਦ ਨੂੰ ਕਾਇਮ ਰੱਖਿਆ ਇਸ ਦਲ ਨੇ। ਅੱਜ ਕੱਲ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਗੁਰਮੁਖ ਪਿਆਰਿਓ, ਇਹ ਦਲ ਆਪਣੀ ਸੇਵਾ ਨਿਭਾ ਰਿਹਾ ਹੈ। ਸੋ ਇਸ ਪ੍ਰਕਾਰ ਭਾਈ ਮਨੀ ਸਿੰਘ ਦੀ ਇਹ ਵੱਡੀ ਕੁਰਬਾਨੀ ਅਤੇ ਵੱਡੀ ਸਿਆਣਪ ਦੇ ਨਾਲ ਪੰਥ ਇੱਕ ਪਲੇਟਫਾਰਮ ਤੇ ਆਇਆ ਸੀ। ਬਾਅਦ ਵਿੱਚ ਖਾਲਸਾ ਰਾਜ ਨੂੰ ਕਾਇਮ ਕਰਨ ਵਿੱਚ ਵੱਡੇ ਹਿੱਸੇ ਇਸ ਦਲ, ਇਹਨਾਂ ਜਥੇਬੰਦੀਆਂ ਨੇ ਪਾਏ ਨੇ। ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਵੀ ਹੋਇਆ ਜਾਂ ਕਾਇਮ ਕਰਨ ਵਿੱਚ ਬੁੱਢਾ ਦਲ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਵੱਡਾ ਹਿੱਸਾ ਪਾਇਆ ਸੀ ਇਸ ਜਥੇਬੰਦੀ। ਇਤਿਹਾਸ ਬੜਾ ਮਹਾਨ ਹੈ
ਸੋ ਕਿਸੇ ਵਿਅਕਤੀ ਕਰਕੇ ਆਪਾਂ ਕਿਸੇ ਜਥੇਬੰਦੀ ਨੂੰ ਨੀਵਾਂ ਨਹੀਂ ਕਹਿ ਸਕਦੇ, ਕਿਸੇ ਇੱਕ ਬੰਦੇ ਦੀ ਕਰਤੂਤ ਕਿਸੇ ਜਥੇਬੰਦੀ ਨੂੰ ਛੋਟਾ ਨਹੀਂ ਕਰ ਸਕਦੀ। ਇਸ ਲਈ ਇਤਿਹਾਸ ਦੇ ਝਰੋਖੇ ਦੇ ਵਿੱਚੋਂ ਗੁਰਮੁਖੋ ਇਹ ਮਹਾਨ ਸਾਡਾ ਲਸਾਨੀ ਇਤਿਹਾਸ ਹੈ। ਕਵੀ ਜੀ ਕਹਿੰਦੇ ਵੀ ਤਤ ਖਾਲਸਾ ਮੁੜ ਕੇ ਹੋਂਦ ਵਿੱਚ ਕਾਇਮ ਰੱਖਿਆ ਗਿਆ। ਦੋਹਰਾ ਕਹੀ ਨਾ ਗੱਲ ਵਹੁ ਗੁਰਨ ਕੀ, ਔ ਕਹੀ ਨਾ ਗੱਲ ਵਹਿ ਪੰਥ। ਕਾਜੀ ਬੂਟੇ ਸ਼ਾਹ ਨੇ ਨਾ ਤੇ ਗੁਰੂ ਸਾਹਿਬਾਨ ਦੀ ਕੋਈ ਗੱਲ ਕੀਤੀ, ਨਾ ਹੀ ਬਾਅਦ ਵਿੱਚ ਖਾਲਸਾ ਪੰਥ ਦਾ ਕੋਈ ਜ਼ਿਕਰ ਕੀਤਾ। ਭੁੱਲ ਤੇ ਬੀਤੇ ਬਰਸ ਬਹੁ, ਪਾਤਸ਼ਾਹੇ ਔ ਗੁਰ ਸੰਤ। ਗੁਰੂ ਸਾਹਿਬਾਨ ਤੋਂ ਬਾਅਦ ਵਿੱਚ ਬਹੁਤ ਬਰਸ ਬੀਤੇ, ਭਾਵ ਸਾਲਾਂ ਦੇ ਸਾਲ ਬੀਤ ਚੁੱਕੇ ਸੀ। ਜਿਹਨੂੰ ਆਪਾਂ ਦੂਜੇ ਐਂਗਲ ਤੋਂ ਵੇਖੀਏ ਨਾ, ਗੁਰੂ ਕਲਗੀਧਰ ਸੱਚੇ ਪਾਤਸ਼ਾਹ 1708 ਈਸਵੀ ਨੂੰ ਜੋਤੀ ਜੋਤ ਸਮਾ ਜਾਂਦੇ ਨੇ, ਤੇ ਅੰਗਰੇਜ਼ ਪੰਜਾਬ ਦੀ ਧਰਤੀ ਦੇ ਉੱਤੇ ਲਗਭਗ ਗੁਰਮੁਖ ਪਿਆਰਿਓ 1850 ਤੋਂ ਬਾਅਦ ਵਿੱਚ ਆ ਕੇ ਪਹੁੰਚਦੇ ਨੇ ਪੰਜਾਬ ਵਿੱਚ, ਤੇ ਇਹ ਲਗਭਗ 150 ਸਾਲ ਦਾ ਸਮਾਂ ਕਹਿ ਲਈਏ। ਇਹ ਸਮਾਂ ਜਿਹੜਾ ਲੰਘਿਆ, ਇਸ ਸਮੇਂ ਦਾ ਜ਼ਿਕਰ ਕਵੀ ਜੀ ਕਰ ਰਹੇ ਨੇ। ਕਹਿੰਦੇ ਕੋਈ ਵੀ ਗੱਲ ਦਾ ਜ਼ਿਕਰ ਕਾਜੀ ਬੂਟੇ ਸ਼ਾਹ ਵਰਗੇ ਮੁਸਲਮਾਨ ਭਰਾਵਾਂ ਨੇ ਅੰਗਰੇਜ਼ਾਂ ਕੋਲ ਸਾਂਝਾ ਹੀ ਨਹੀਂ ਕੀਤਾ ਵੀ ਕਿਹੋ ਜਿਹੇ ਮਹਾਨ ਸਿੱਖ ਵੀ ਹੋਏ ਨੇ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧੇ ਹੋਏ ਨੇ, ਮਿਸਲਾਂ ਦੇ ਵੱਡੇ ਵੱਡੇ ਜਰਨੈਲ ਹੋਏ ਨੇ, ਇਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ। ਤੇ ਨਾਲ ਹੀ ਇੱਕ ਸ਼ਬਦ ਵਰਤਿਆ ਕਵੀ ਜੀ ਨੇ, ਦੁਆਰਾ ਪੜ੍ਹੋ। ਭੁੱਲ ਤੇ ਬੀਤੇ ਬਰਸ ਬਹੁ, ਪਾਤਸ਼ਾਹੇ ਔ ਗੁਰ ਸੰਤ। ਵੀ ਗੁਰੂ ਸਾਹਿਬ ਦੇ ਸਮੇਂ ਤੋਂ ਬਾਅਦ ਜਿੰਨੇ ਵੀ ਸਿੱਖ ਯੋਧੇ ਜਾਂ ਬਾਦਸ਼ਾਹੀਆਂ ਕਾਇਮ ਕਰਨ ਤੱਕ ਪਹੁੰਚੇ ਮਹਾਰਾਜਾ ਰਣਜੀਤ ਸਿੰਘ ਸਮੇਤ, ਸੋ ਉਹਨਾਂ ਦਾ ਅਤੇ ਸੰਤ ਬਹੁਤ ਸੰਤ, ਇੱਕ ਨਹੀਂ ਗੁਰ ਸੰਤ, ਭਾਵ ਜਿਨ੍ਹਾਂ ਨੇ ਬੰਦਗੀਆਂ ਕੀਤੀਆਂ, ਕਮਾਈਆਂ ਕੀਤੀਆਂ, ਭਗਤੀ ਕੀਤੀ, ਸਿਮਰਨ ਕੀਤਾ, ਸਿੱਖ ਪੰਥ ਦਾ ਵੱਡਾ ਹਿੱਸਾ ਉਹ ਬਣੇ, ਜ਼ਿੰਮੇਵਾਰੀਆਂ ਨਿਭਾਈਆਂ, ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸੋਰਠਾ ਬੰਦ ਬੰਦ ਸਿੱਖਨ ਕਟਾਏ। ਕਵੀ ਜੀ ਸੋਰਠੇ ਦੀ ਚਾਲ ਵਿੱਚ ਮੈਂ ਬੇਨਤੀ ਕੀਤੀ ਸੀ, ਮੈਂ ਦੁਆਰਾ ਚੇਤੇ ਕਰਵਾ ਦਿਆਂ। ਛੰਦਾਬੰਦੀ ਗੁਰਮੁਖੋ ਪਿੰਗਲ ਦੇ ਅਨੁਸਾਰ ਇਹ ਛੰਦਾਂ ਦੇ ਨਾਮ ਨੇ ਅਲੱਗ-ਅਲੱਗ। ਜਿਵੇਂ ਜਾਪ ਸਾਹਿਬ ਦੇ ਅੰਦਰ ਕਿੰਨੇ ਛੰਦਾਂ ਦੇ ਨਾਮ ਤੁਸੀਂ ਪੜ੍ਹਦੇ ਹੋ, ਭੁਜੰਗ ਛੰਦ, ਸੱਪ ਦੀ ਚਾਲ ਵਾਲਾ ਛੰਦ, ਚਾਚਰੀ ਬਿਜਲੀ ਦੀ ਚਾਲ ਵਾਲਾ ਛੰਦ, ਇਸੇ ਤਰ੍ਹਾਂ ਇਹ ਕਛਰੀ ਛੰਦ, ਅਨੇਕਾਂ ਛੰਦਾਂ ਦੇ ਨਾਮ ਪੜ੍ਹਦੇ ਹੋ ਨਾ। ਉਹਨਾਂ ਛੰਦਾਂ ਦੇ ਵਿੱਚ ਸਵਈਆ ਵੀ ਇੱਕ ਛੰਦ ਹੁੰਦਾ ਹੈ, ਚੌਪਈ ਵੀ ਇੱਕ ਛੰਦ ਹੁੰਦਾ ਹੈ, ਤੇ ਗੁਰਮੁਖੋ ਦੋਹਰਾ ਵੀ ਛੰਦ ਹੁੰਦਾ ਹੈ, ਤੇ ਉਸ ਦੋਹਰੇ ਦੇ ਨਾਲ ਸੋਰਠਾ ਵੀ ਇੱਕ ਛੰਦ ਹੈ। ਤੇ ਹੁਣ ਸੋਰਠੇ ਦੀ ਚਾਲ ਦੇ ਵਿੱਚ ਜਿਹੜਾ ਸੋਰਠਾ ਹੁੰਦਾ ਨਾ, ਮੈਂ ਬੇਨਤੀ ਕੀਤੀ ਸੀ ਯਾਦ ਕਰਵਾ ਦਿਆਂ, ਇਹਦੀ ਰੈਮੰਗ ਪੰਕਤੀ ਦੇ ਵਿਚਕਾਰ ਟਕਰਾਇਆ ਕਰਦਾ। ਜਿਵੇਂ ਦੋਹਰੇ ਦੀ ਰੈਮੰਗ ਆਖਰ ਵਿੱਚ ਹੈ, ਪਰ ਸੋਰਠੇ ਦੀ ਰੈਮੰਗ ਵਿਚਕਾਰ ਹੈ। ਤੇ ਇੱਥੇ ਕਵੀ ਜੀ ਜਦੋਂ ਸੋਰਠਾ ਲਿਖਦੇ ਨੇ ਨਾ, ਬੰਦ ਬੰਦ ਸਿੱਖਨ ਕਟਾਏ, ਇੱਥੇ ਇਹਦਾ ਵਿਸ਼ਰਾਮ ਆ, ਤੇ ਖੋਪਰੀ ਸਿਰੋਂ ਉਤਰਾਏ ਕਹਿ। ਤੇ ਦੁਆਰਾ ਪੜ੍ਹਦੇ ਹੋ ਜੀ। ਬੰਦ ਬੰਦ ਸਿੱਖਨ ਕਟਾਏ, ਖੋਪਰੀ ਸਿਰੋਂ ਉਤਾਰ ਕੈ। ਹੁਣ ਕਵੀ ਜੀ ਜ਼ਿਕਰ ਕਰਦੇ ਨੇ ਸਿੱਖ ਇਤਿਹਾਸ ਦੇ ਉਹਨਾਂ ਅਧਿਆਵਾਂ ਦਾ ਵੀ ਕਿਹੜੇ ਕਿਹੜੇ ਸਿੱਖਾਂ ਨੇ ਬੰਦ ਬੰਦ ਕਟਵਾਏ। ਆਪ ਜੀ ਨੂੰ ਪਤਾ ਹੈ ਨਾ, ਧੰਨ ਭਾਈ ਮਨੀ ਸਿੰਘ ਜੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੰਦ ਬੰਦ ਜੋੜ ਜੋੜ ਤੋਂ ਸਰੀਰ ਕਟਵਾ ਲਿਆ। ਸੁਖਮਨੀ ਸਾਹਿਬ ਪੜ੍ਹਦਿਆਂ ਹੋਇਆਂ ਬੰਦ ਬੰਦ ਕੱਟਿਆ ਜਾ ਰਿਹਾ। ਜਲਾਦ ਨੂੰ ਇਸ਼ਾਰਾ ਕੀਤਾ ਗੁਰੂ ਕੇ ਸਿੱਖ ਨੇ, ਮੈਂ ਇੱਕ ਮਿੰਟ ਲੈ ਲਵਾਂ ਆਪ ਦਾ, ਕਿ ਭਾਈ ਕਾਹਲੀ ਨਾ ਕਰ, ਗੁੱਟ ਤੇ ਵਾਰ ਨਾ ਕਰ, ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਹੈ। ਤੇ ਉਂਗਲੀ ਦੇ 3 ਜੋੜ ਬਣਦੇ ਨੇ, 3 ਬੰਦ ਬਣਦੇ ਨੇ, ਇਸ ਕਰਕੇ ਇੱਕ ਉਂਗਲ ਨੂੰ 3 ਵਾਰੀ ਕੱਟ। ਤੇ ਗੁਰਮੁਖੋ ਉਹ ਕੈਸਾ ਅਨੁਭਵ ਹੋਵੇਗਾ, ਵਾਕਈ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਐਸਾ ਅਨੁਭਵ ਕੈਸਾ, ਕਿਤੇ ਨਾ ਕਿਤੇ ਇੰਨਾ ਸਹਿਜ ਹੈ ਜ਼ਿੰਦਗੀ ਦੇ ਵਿੱਚ ਗੁਰਮੁਖੋ, ਜਿਹੜੀਆਂ ਚੀਜ਼ਾਂ ਵਿੱਚੋਂ ਰਸ ਆਉਂਦਾ ਹੋਵੇ, ਬੰਦਾ ਵਧੇਰੇ ਸਮਾਂ ਰਸ ਮਾਣਨ ਤੇ ਲਾਉਣਾ ਚਾਹੁੰਦਾ। ਭਾਵੇਂ ਉਹ ਅੱਖਾਂ ਦਾ ਰਸ ਹੋਵੇ, ਕੋਈ ਮੂਵੀ ਦੇਖਣ ਬੈਠ ਗਿਆ, ਘੰਟਿਆਂ ਬੱਧੀ ਵੇਖਦਾ ਬੜੇ ਟਿਕਾ ਦੇ ਨਾਲ। ਕੰਨਾਂ ਦਾ ਰਸ ਮਾਣਦਾ ਹੋਵੇ, ਬੜਾ ਸਮਾਂ ਲਾ ਦਿੰਦਾ ਕੰਨਾਂ ਦਾ ਰਸ ਮਾਣਨ ਨੂੰ।
ਇੰਦਰੀਆਂ ਦੇ ਰਸਾਂ ਦੇ ਉੱਤੇ ਬਹੁਤਾ ਸਮਾਂ ਲਾਉਂਦਾ ਹੈ। ਖਾਣ ਪੀਣ ਵਾਲੀਆਂ ਚੀਜ਼ਾਂ ਵੇਖੋ ਜਿਹਦੇ ਵਿੱਚ ਰਸ ਨਹੀਂ, ਪਿਆਸ ਲੱਗੀ ਹੈ ਪਾਣੀ ਪੀਣਾ ਹੈ, ਕੇਵਲ ਪਿਆਸ ਮਿਟਾਉਣੀ ਹੈ, ਰਸ ਨਹੀਂ ਮੰਨਣਾ। 2-3 ਘੁੱਟਾਂ ਦੇ ਵਿੱਚ ਗਲਾਸ ਖਾਲੀ ਕਰ ਦਿੱਤਾ, ਕਿਉਂਕਿ ਇਹਦੇ ਵਿੱਚੋਂ ਰਸ ਨਹੀਂ ਮਾਣਿਆ, ਕੇਵਲ ਪਿਆਸ ਮਿਟਾਈ। ਉਹਦੀ ਥਾਂ ਤੇ ਜੂਸ ਦਾ ਗਲਾਸ ਹੈ ਹੱਥ ਵਿੱਚ, ਘੁੱਟਾਂ ਦਾ ਆਕਾਰ ਛੋਟਾ ਹੋ ਗਿਆ, ਸਹਿਜੇ ਸਹਿਜੇ ਪੀ ਰਿਹਾ, ਕਿਉਂ? ਹੁਣ ਰਸ ਮਾਣ ਰਿਹਾ, ਸਵਾਦ ਨੂੰ ਮਾਣ ਰਿਹਾ। ਆਈਸਕ੍ਰੀਮ ਦਾ ਚਮਚਾ ਛੋਟਾ ਕਰ ਲਿਆ ਮਨੁੱਖ ਨੇ, ਥੋੜੀ ਥੋੜੀ ਖਾਣੀ ਹੈ, ਕਾਫੀ ਸਮਾਂ ਰਸ ਮਾਣਿਆ ਜਾ ਸਕੇ। ਇੰਦਰੀਆਂ ਦੇ ਰਸ ਮਨੁੱਖ ਏਦਾਂ ਮਾਣਦਾ, ਵੱਧ ਸਮਾਂ ਲਾਉਣਾ ਚਾਹੁੰਦਾ ਰਸ ਦੇ ਵਿੱਚ, ਰਸ ਦਾ ਸਮਾਂ ਵਧਾਉਣ ਵਾਸਤੇ ਯਤਨ ਅਨੇਕਾਂ ਕਰਦਾ ਹੈ। ਗੁਰੂ ਪਿਆਰਿਓ, ਧੰਨ ਉਹ ਅਮਰ ਸ਼ਹੀਦ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਮੌਤ ਵਿੱਚੋਂ ਰਸ ਆ ਰਿਹਾ ਸੀ, ਮੌਤ ਵਿੱਚੋਂ ਆਨੰਦ ਆ ਰਿਹਾ ਸੀ। ਮਰਨਾ ਤੇ ਹੈ ਹੀ ਹੈ ਨਾ, ਫਿਰ ਕਾਹਲੀ ਕਿਸ ਗੱਲ ਦੀ? ਜਿਉਂ-ਜਿਉਂ ਕੇ ਬੜਾ ਵੇਖ ਲਿਆ, ਹੁਣ ਮਰ ਕੇ ਵੀ ਵੇਖਣਾ ਚਾਹੀਦਾ ਮੌਤ ਵਿੱਚ ਕੀ ਆਨੰਦ ਹੈ। ਇਹ ਕਹਿ ਦੇਣਾ ਜਲਾਦ ਨੂੰ ਕਿ ਭਾਈ ਕਾਹਲੀ ਨਾ ਕਰ, ਸਹਿਜ ਨਾਲ ਕਰ। ਇਹਦੇ ਪਿੱਛੇ ਗੁਰਮੁਖੋ ਰਮਜੀ ਭੇਦ ਨੇ। ਆਪਾਂ ਪੜ੍ਹਦੇ ਸੁਣਦੇ ਆ ਨਾ ਗੁਰੂ ਕੀ ਬਾਣੀ ਦੇ ਵਿੱਚ, ਕਿਤੇ ਪੜ੍ਹਦੇ ਆ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵਿਖੈ ਨਦਰ ਨਿਹਾਲ। ਕਿਤੇ ਪੜ੍ਹਦੇ ਆ ਇਹਨਾਂ ਚੀਜ਼ਾਂ ਨੂੰ ਅਨੁਭਵੀ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋਹ ਨਹੀਂ ਤੇ ਠਾਓ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਬਾਲ, ਅਬ ਮੋਹੇ ਖੂਬ ਬਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਸੱਚਖੰਡ ਦਾ ਅਨੁਭਵ ਪੜ੍ਹ ਰਹੇ ਆ ਗੁਰੂ ਕੀ ਬਾਣੀ, ਤੇ ਆਪਾਂ ਕੋਈ ਦੇਸ਼ ਜਾਂ ਸ਼ਹਿਰ ਵੇਖਿਆ ਤੇ ਨਹੀਂ, ਸੁਣੀ ਜਾਂਦੇ ਆ ਵਾਰ-ਵਾਰ ਵੀ ਫਲਾਣਾ ਥਾਂ ਬੜਾ ਸੋਹਣਾ ਹੈ, ਫਲਾਣਾ ਸ਼ਹਿਰ ਬੜਾ ਸੋਹਣਾ ਹੈ। ਪੈਰਿਸ ਦੀਆਂ ਸਿਫਤਾਂ ਸੁਣ ਰਹੇ ਆ, ਕਿਸੇ ਹੋਰ ਥਾਂ ਦੀਆਂ ਸਿਫਤਾਂ ਸੁਣ ਰਹੇ। ਕਿਤੇ ਨਾ ਕਿਤੇ ਤੇ ਅੰਦਰ ਖਿਆਲ ਪੈਦਾ ਹੋ ਹੀ ਜਾਂਦਾ ਨਾ ਵੀ ਜਿਹਦੀ ਸਿਫਤ ਸੁਣਦਿਆਂ ਇੰਨਾ ਸਮਾਂ ਹੋ ਗਿਆ, ਇੰਨੇ ਸਾਲਾਂ ਤੋਂ ਸੁਣਦੇ ਆ ਰਹੇ ਆ, ਜਾ ਕੇ ਵੇਖਣਾ ਚਾਹੀਦਾ ਕਿੰਨਾ ਕੁ ਸੋਹਣਾ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਇਹ ਰੱਬ ਦੇ ਪਿਆਰੇ ਜਿਹੜੇ ਹਨ, ਭਗਤ ਜਨ ਸੰਤ ਜਨ, ਉਹ ਸੁਣਦੇ ਨੇ ਸੱਚਖੰਡ ਦਾ ਵੇਰਵਾ ਗੁਰੂ ਕੀ ਬਾਣੀ ਦੇ ਰਾਹੀਂ, ਗੁਰਮੁਖਾਂ ਦੇ ਰਾਹੀਂ, ਸਾਖੀਆਂ ਦੇ ਰਾਹੀਂ ਉਹ ਪੜ੍ਹਦੇ ਨੇ ਬੇਗਮਪੁਰੇ ਬਾਰੇ, ਤੇ ਕਿਤੇ ਨਾ ਕਿਤੇ ਇਹ ਭਾਵਨਾ ਦ੍ਰਿੜ ਹੋ ਜਾਂਦੀ ਹੈ ਵੀ ਜਾ ਕੇ ਵੇਖਣਾ ਚਾਹੀਦਾ ਸੱਚਖੰਡ ਕਿਹੋ ਜਿਹਾ। ਆਹ ਦੁਨੀਆ ਬਹੁਤ ਵੇਖ ਲਈ ਹੈ, ਹੁਣ ਅਗਲੀ ਦੁਨੀਆ ਵੀ ਵੇਖਣੀ ਚਾਹੀਦੀ ਹੈ, ਉਹਦਾ ਆਨੰਦ ਵੀ ਮਾਣਨਾ ਚਾਹੀਦਾ। ਤਾਂ ਪੈਦਾ ਹੁੰਦਾ ਚਾਉ ਮਨ ਦੇ ਅੰਦਰ ਮਰਨ ਦਾ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤੋ ਹਰ ਕੈ ਦਵਾਰ। ਚਾਹ ਮਰਨ ਦਾ ਵੀ ਪੈਦਾ ਹੁੰਦਾ। ਵਿਆਹ ਦਾ ਚਾਹ ਤੇ ਤੁਸੀਂ ਸੁਣਿਆ ਹੋਣਾ, ਪਾਰਟੀਆਂ ਦੇ ਚਾਹ, ਹੋਰ ਖੁਸ਼ੀਆਂ ਦੇ ਚਾਹ ਸੁਣੇ ਹੋਣੇ ਨੇ, ਪਰ ਗੁਰੂ ਕੇ ਸਿੱਖਾਂ ਨੂੰ, ਰੱਬ ਦੇ ਪਿਆਰਿਆਂ ਨੂੰ ਮਰਨ ਦਾ ਵੀ ਚਾਹ ਹੁੰਦਾ ਹੈ, ਕਿਉਂਕਿ ਅੱਗੇ ਕੁਝ ਦਿਸ ਰਿਹਾ ਹੈ, ਅੱਗੇ ਕੋਈ ਪ੍ਰਾਪਤੀ ਨਜ਼ਰ ਆ ਰਹੀ ਹੈ, ਕੋਈ ਆਨੰਦ ਮਹਿਸੂਸ ਹੋ ਰਿਹਾ ਹੈ। ਧੰਨ ਭਾਈ ਮਨੀ ਸਿੰਘ ਦੇ ਜੀਵਨ ਵਿੱਚ ਇੰਨਾ ਸਹਿਜ, ਜਲਾਦ ਨੂੰ ਕਹਿ ਰਹੇ ਨੇ ਕਾਹਲੀ ਕਿਸ ਗੱਲ ਦੀ? ਕਿਹੜਾ ਵਾਰ-ਵਾਰ ਮਰਨਾ ਹੈ, ਅੱਜ ਮਰਨ ਦਾ ਮੌਕਾ ਮਿਲਿਆ, ਸਰੀਰ ਨੂੰ ਤਿਆਗਣਾ ਹੈ, ਕਾਹਲੀ ਨਹੀਂ ਕਰਨੀ, ਸਹਿਜ ਵਿੱਚ ਚੱਲ। ਤੇ ਅੰਦਾਜ਼ਾ ਲਾਓ, ਇੱਕ ਉਂਗਲ ਨੂੰ 3 ਟੱਕਾਂ ਵਿੱਚ ਕੱਟਿਆ, 5 ਉਂਗਲਾਂ ਨੂੰ 15 ਵਾਰੀ ਕੱਟਿਆ ਗਿਆ, 16ਵਾਂ ਟੱਕ ਗੁੱਟ ਤੇ ਲੱਗਿਆ, 17ਵਾਂ ਟੱਕ ਕੂਹਣੀ ਤੇ ਲੱਗਿਆ, 18ਵਾਂ ਟੱਕ ਮੋਢੇ ਤੇ ਜਾ ਕੇ ਲੱਗਿਆ। ਦੋਵੇਂ ਬਾਹਾਂ ਨੂੰ ਕੱਟਦਿਆਂ 36 ਟੱਕ। ਇਹ ਤਰਤੀਬ ਨੂੰ ਜੇ ਗਿਣੀਏ ਨਾ, 72 ਟੱਕ ਭਾਈ ਮਨੀ ਸਿੰਘ ਦੇ ਸਰੀਰ ਤੇ ਬਣਦੇ ਨੇ, ਪਰ ਇਤਿਹਾਸਕਾਰਾਂ ਨੇ ਗਿਣਤੀ ਜਿਹੜੀ ਲਿਖੀ ਆ ਉਹ 53 ਟੱਕਾਂ ਦੀ। ਹੋ ਸਕਦਾ ਹੈ ਪੈਰਾਂ ਦੀਆਂ ਉਂਗਲਾਂ 3 ਹਿੱਸਿਆਂ ਵਿੱਚ ਨਾ ਕੱਟੀਆਂ ਗਈਆਂ ਹੋਣ, ਇਸ ਕਰਕੇ ਟੱਕਾਂ ਦੀ ਗਿਣਤੀ ਘਟ ਗਈ ਹੋਵੇ ਨਾ। ਤੇ 53ਵਾਂ ਟੱਕ ਭਾਈ ਮਨੀ ਸਿੰਘ ਦੀ ਗਰਦਨ ਤੇ ਲੱਗਿਆ, ਗਲੇ ਤੇ ਲੱਗਿਆ, ਸਰੀਰ ਦੇ ਅੰਗਾਂ ਦੀ ਟੁਕੜਿਆਂ ਦੀ ਢੇਰੀ ਬਣ ਗਈ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ ਦੀ ਅਵਸਥਾ ਵਾਲਾ ਇਹ ਗੁਰੂ ਕਾ ਪਿਆਰਾ ਟੁਕੜੇ ਹੋਏ ਸਰੀਰ ਵਿੱਚੋਂ ਸੁਖਮਨੀ ਸਾਹਿਬ ਪੜ੍ਹ ਰਹੇ ਨੇ ਭਾਈ ਮਨੀ ਸਿੰਘ ਜੀ। ਆਖਰ ਨੂੰ ਸਭ ਤੇ ਊਚ ਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਤਾਰੂ ਸਿੰਘ ਜਿਹੜੇ ਖੋਪਰੀ ਲਹਾਉਂਦੇ ਨੇ ਕੇਸਾਂ ਦੇ ਸਤਿਕਾਰ ਵਾਸਤੇ, ਅੱਗੇ ਸਾਖੀਆਂ ਆਉਣੀਆਂ ਨੇ, ਤੇ ਗੁਰਮੁਖੋ ਖੋਪਰੀ ਉਤਰਨ ਦੇ ਬਾਵਜੂਦ ਵੀ ਸਰੀਰ ਵਿੱਚ ਜਿੰਦਾ ਨੇ। ਜੁੱਤੀ ਦੀ ਨੋਕ ਦੇ ਨਾਲ ਜ਼ਕਰੀਆ ਨੂੰ ਨਰਕਾਂ ਵਿੱਚ ਸੁੱਟ ਕਰਕੇ ਤਾਂ ਆਪ ਆਪਣੀ ਮੌਜ ਵਿੱਚ ਆ ਕੇ ਸਰੀਰ ਨੂੰ ਤਿਆਗਦੇ ਨੇ। ਐਸੇ ਗੁਰੂ ਕੇ ਪਿਆਰਿਆਂ ਦੀਆਂ ਕੁਰਬਾਨੀਆਂ।
ਪਿੰਡ ਪਿੰਡ ਸੂਲੀ ਕਢਾਏ, ਹਾਰ ਗਏ ਜਿਮ ਮੁਗਲ ਬਾਲ। ਮੁਗਲ ਬਾਦਸ਼ਾਹ ਜਾਂ ਮੁਗਲ ਤਾਕਤਾਂ ਜਦੋਂ ਨਾ ਸਿੱਖਾਂ ਤੇ ਜ਼ੁਲਮ ਕਰ ਰਹੀਆਂ ਸੀ, ਕਵੀ ਜੀ ਕਹਿੰਦੇ ਨੇ, ਕਹਿੰਦੇ ਭਾਵੇਂ ਕਿਸੇ ਦਾ ਬੰਦ ਕੱਟਿਆ, ਖੋਪਰੀਆਂ ਉਤਾਰੀਆਂ, ਸੋ ਸਭ ਕੁਝ ਵਰਤਾਰੇ ਵਰਤੇ, ਤੇ ਇੰਨਾ ਜ਼ੁਲਮ ਹੋ ਗਿਆ ਜਾਂ ਹੱਦ ਤੋਂ ਵੱਧ ਗਿਆ, ਮਾਨੋ ਪਿੰਡ ਪਿੰਡ ਵਿੱਚ ਸੂਲੀਆਂ ਗੜਵਾ ਦਿੱਤੀਆਂ ਗਈਆਂ। ਇੱਕ ਤਰ੍ਹਾਂ ਦੀ ਫਾਂਸੀ ਹੈ ਸੂਲੀ। ਸੋ ਪਿੰਡ ਪਿੰਡ ਵਿੱਚ ਹੀ ਮਾਨੋ ਫਾਂਸੀਆਂ ਗੱਡ ਦਿੱਤੀਆਂ ਗਈਆਂ, ਵੀ ਜਿੱਥੇ ਵੀ ਲੋੜ ਪਵੇ ਉੱਥੇ ਹੀ ਗੁਰੂ ਕੇ ਸਿੱਖਾਂ ਨੂੰ ਫਾਂਸੀਆਂ ਤੇ ਸੂਲੀਆਂ ਤੇ ਚਾੜ ਕੇ ਸ਼ਹੀਦ ਕਰ ਦਿੱਤਾ ਜਾਵੇ। ਚੌਪਈ ਔਰ ਨਾਦਰ ਗੱਲ ਸਭ ਨਾ ਕਹੀ। ਤੇ ਜਿਹੜਾ ਨਾਦਰ ਆਇਆ ਸੀ, ਜਦੋਂ ਨਾਦਰ ਨੂੰ ਵੀ ਸਹੀ ਗੱਲਾਂ ਨਹੀਂ ਦੱਸੀਆਂ ਗਈਆਂ। ਦਿੱਲੀ ਲੁੱਟੀ ਜਿਨੂੰ ਕਤਲ ਕਰਹੀ। ਇਸ ਨਾਦਰ ਨੇ ਦਿੱਲੀ ਲੁੱਟੀ ਕੁੱਟੀ ਅਤੇ ਕਤਲੋਗਾਰਤ ਮਚਾਈ ਸੀ। ਉਸ ਕਉ ਵੀ ਸਿੰਘ ਲੁੱਟਤੇ ਰਹੇ। ਨਾਦਰ ਨੂੰ ਵੀ ਗੁਰੂ ਕਾ ਖਾਲਸਾ ਲੁੱਟਦਾ ਰਿਹਾ। ਉਹ ਦਿੱਲੀ ਵਿੱਚੋਂ ਮਾਲ ਇਕੱਠਾ ਕਰਕੇ ਗੱਡੇ ਭਰ ਕੇ ਤੋਰਿਆ ਕਰੇ ਅਫਗਾਨਿਸਤਾਨ ਵੱਲ ਨੂੰ, ਤੇ ਰਾਹ ਵਿੱਚ ਖਾਲਸੇ ਨੇ ਐਸੇ ਕਰਾਰੇ ਹੱਥ ਦਿਖਾਉਣੇ, ਉਹਦੇ ਗੱਡਿਆਂ ਦਾ ਭਾਰ ਰਸਤੇ ਵਿੱਚ ਹੌਲਾ ਕਰ ਦੇਣਾ। ਸੋ ਇਸ ਤਰ੍ਹਾਂ ਨਾਦਰ ਨਾਲ ਵੀ ਸਖਤ ਟੱਕਰਾਂ ਹੋਈਆਂ। ਕਾਬਲ ਕੰਧਾਰ ਦੇ ਰਾਹੀ ਲੁੱਟ ਖਹੇ। ਕਾਬਲ ਕੰਧਾਰ ਦੇ ਰਾਹ ਨੂੰ ਜਾਂਦਿਆਂ ਨਾਦਰ ਲੁੱਟਿਆ ਗਿਆ ਗੁਰੂ ਕੇ ਖਾਲਸੇ ਵੱਲੋਂ। ਫਿਰ ਅਹਿਮਦ ਸ਼ਾਹੀ ਲਾਹੌਰ ਮੱਲ ਬਹਿਓ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਜਿਸ ਵੇਲੇ ਲਾਹੌਰ ਤੇ ਆ ਕੇ ਬੈਠ ਗਿਆ, ਦਿੱਲੀ ਆਗਰੂ ਸਭ ਮੱਲ ਲਿਓ। ਜਿਹਨੇ ਦਿੱਲੀ ਦਾ ਤਖਤ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ, ਆਗਰੇ ਤੱਕ ਆਪਣੀ ਬਾਦਸ਼ਾਹੀ ਕਾਇਮ ਕੀਤੀ। ਸੋ ਸਿੰਘਨ ਨੇ ਗਇਓ ਨਿਕਾਰ। ਉਹ ਵੀ ਬਾਰ-ਬਾਰ ਪਰੇਸ਼ਾਨ ਕਰਕੇ, ਤੰਗ ਕਰਕੇ, ਕਈਏ ਹਮਲੇ ਕਰ ਕਰਕੇ ਅਬਦਾਲੀ ਨੂੰ ਵੀ ਮਜਬੂਰ ਕਰ ਦਿੱਤਾ ਵਾਪਸ ਜਾਣ ਵਾਸਤੇ। ਗਏ ਸਿੰਘਨ ਉਸ ਸੂਬੇ ਮਾਰ। ਉਸ ਦੇ ਕਈ ਸੂਬੇ ਜਿਵੇਂ ਕਿ ਉੱਤਰੀ ਭਾਰਤ ਦੇ ਵਿੱਚ ਮਾਰ ਤੋਂ ਭਾਵ ਹੈ ਦੱਬ ਲਏ, ਖੋਹ ਲਏ ਉਹਦੇ ਕੋਲੋਂ ਵਾਪਸ। ਦੋਹਰਾ ਜਿਮ ਉਸ ਪੁੱਤਰ ਤਮੂਰ ਕੋ ਲੰਘਾਇਓ ਮੁਰਦਨ ਕੈ ਰਾਹੇ। ਤੇ ਉਹਦਾ ਪੁੱਤਰ ਤਬੂਰ, ਉਹਨੂੰ ਵੀ ਮੁਰਦਿਆਂ ਦੇ ਰਾਹ ਭਾਵ ਮੌਤ ਦੇ ਘਾਟ ਉਤਾਰਿਆ। ਗਇਓ ਤਲਾਕ ਨਿਕਾਰ ਕੈ ਹਮ ਔਲਾਦ ਆਵੇ ਇਤ ਨਾਹੀ। ਤੇ ਜਾਂਦਿਆਂ ਹੋਇਆਂ ਆਪ ਇਹ ਗੱਲ ਕਹਿ ਕੇ ਗਿਆ ਵੀ ਮੁੜ ਕੇ ਮੈਂ ਹਿੰਦੁਸਤਾਨ ਵੱਲ ਨਹੀਂ ਆਵਾਂ। ਐਸੇ ਖਾਲਸੇ ਨੇ ਹੱਥ ਵਿਖਾਏ। ਚੌਪਈ ਹੀਰ ਪੋਤਰੇ ਉਸਕੇ ਆਏ। ਬਾਅਦ ਵਿੱਚ ਅਬਦਾਲੀ ਦੇ ਪੋਤਰੇ ਭਾਵ ਉਹਦੀ ਅੰਸ਼ ਬੰਸ ਇਧਰ ਨੂੰ ਆਉਣ ਲੱਗੀ। ਸੋ ਖਾਲਸੇ ਮਾਰ ਹਟਾਏ। ਉਹ ਵੀ ਖਾਲਸੇ ਦੇ ਹੱਥ ਨਾ ਚੱਲ ਸਕੇ, ਤੇਗ ਦੇ ਜ਼ੋਰ ਨਾ ਚੱਲ ਸਕੇ। ਪੰਥ ਆਦਤੈ ਭੁਲਤੈ ਆਇਓ। ਸੋ ਪੰਥ ਆਦ ਕਾਲ ਤੋਂ ਹੀ ਜੰਗਾਂ ਯੁੱਧਾਂ ਦੇ ਵਿੱਚ ਭੁੱਲਦਾ ਆਇਆ ਹੈ। ਦੁਸ਼ਟ ਬਾਦਸ਼ਾਹ ਹੈ ਰਈਅਤ ਸੁਨਾਇਓ। ਦੁਸ਼ਟ ਬਾਦਸ਼ਾਹਾਂ ਦੀ ਰਈਅਤ ਨੂੰ ਚੰਗੀ ਤਰ੍ਹਾਂ ਖਾਲਸੇ ਨੇ ਆਪਣੇ ਹੱਥ ਵਿਖਾ ਕੇ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣ ਲੱਗੇ ਵੀ ਹੁਣ ਹਿੰਦੁਸਤਾਨ ਵੱਲ ਮੁਖ ਨਾ ਕਰਿਓ। ਦੋਹਰਾ ਦੁਸ਼ਟ ਦੁਸ਼ਟਾਈ ਨਹਿ ਤਜੇ ਜਿਮ ਸਰਪ ਤਜੇ ਬਿਖ ਨਾਹੀ। ਕਵੀ ਜੀ ਕਹਿੰਦੇ ਪਰ ਇਹਨਾਂ ਦੁਸ਼ਟਾਂ ਨੇ ਆਪਣੀ ਦੁਸ਼ਟਤਾਈ ਤਿਆਗੀ ਨਹੀਂ, ਪਾਪੀ ਨੇ ਆਪਣਾ ਪਾਪ ਵਾਲਾ ਸੁਭਾਅ ਤਿਆਗਿਆ ਨਹੀਂ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾ, ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਸੋਗ ਬਜੋਗ ਸੰਤਾਪ। ਪਰ ਇਹਨਾਂ ਨੇ ਪਾਪ ਨਹੀਂ ਤਿਆਗਿਆ। ਇਸ ਤਰ੍ਹਾਂ ਨਹੀਂ ਤਿਆਗਿਆ ਜਿਵੇਂ ਸੱਪ ਕਦੇ ਜ਼ਹਿਰ ਤਿਆਗਦਾ ਹੀ ਨਹੀਂ। ਇੱਕ ਵਾਰੀ ਫੰਕਾਰਾ ਮਾਰ ਕੇ, ਡੰਗ ਮਾਰ ਕੇ ਜ਼ਹਿਰ ਕੱਢ ਦਿੰਦਾ, ਦੂਜੇ ਦਿਨ ਉਹਦੀ ਸਿਰੀ ਫਿਰ ਜ਼ਹਿਰ ਨਾਲ ਭਰੀ ਪਈ ਹੁੰਦੀ ਹੈ। ਇਸ ਤਰ੍ਹਾਂ ਸੱਪ ਵਰਗਾ ਸੁਭਾਅ ਹੈ ਪਾਪੀਆਂ ਦਾ, ਦੁਸ਼ਟਾਂ ਦਾ। ਅਕਸਰ ਦੂਧ ਪਿਲਾਈ ਹੈ ਡੰਗ ਮਾਰਨ ਤੇ ਨਾ ਟਲਾਹੇ। ਭਾਵੇਂ ਦੁੱਧ ਵੀ ਪਿਆ ਲਵੋ ਇਹਨਾਂ ਜ਼ਹਿਰੀਲੇ ਜਾਨਵਰਾਂ ਨੂੰ, ਭਾਵੇਂ ਸੱਪ ਦੁੱਧ ਨਹੀਂ ਪੀਂਦਾ, ਇਹ ਵੱਖਰੀ ਗੱਲ ਹੈ। ਇਹ ਦ੍ਰਿਸ਼ਟਾਂਤ ਸਮਝਾਇਆ। ਕਹਿੰਦੇ ਭਾਵੇਂ ਦੁੱਧ ਵੀ ਪਿਆਉਣ ਜਾਵੋ ਤੇ ਉਹ ਡੰਗ ਮਾਰਨੋਂ ਫਿਰ ਵੀ ਨਹੀਂ ਹਟਦਾ। ਚੌਪਈ ਕੋ ਨਾ ਕਹੀ ਉਨ ਸਾਚੀ ਬਾਤ। ਕੋਈ ਵੀ ਗੱਲ ਖਾਲਸੇ ਪੰਥ ਦੇ ਹਿੱਤ ਵਿੱਚ ਨਹੀਂ ਆਖੀ, ਸੱਚੀ ਗੱਲ ਆਖੀਓ ਨਹੀਂ। ਹਮੇਸ਼ਾ ਸਿੱਖਾਂ ਨੂੰ ਨੀਵਾਂ ਵਿਖਾਇਆ। ਸ਼ਬਦ ਵੀ ਭੈੜੇ ਵਰਤੇ, ਕੁੱਤੇ ਵਰਗੇ, ਸੱਗ ਵਰਗੇ ਸ਼ਬਦ ਵਰਤੇ। ਝੂਠ ਕਹਿਓ ਉਨ ਸਮਝ ਸੋ ਘਾਤ। ਸੋ ਸਾਰਾ ਹੀ ਝੂਠ ਹੀ, ਕੁਫਰ ਹੀ ਤੋਲ ਦਿੱਤਾ ਗਿਆ। ਜਿਮ ਉਨ ਕਹਿਓ ਤਿਮ ਜਰਨੈਲ ਲਿਖ ਧਰਿਓ। ਜਿਸ ਤਰ੍ਹਾਂ ਕਾਜੀ ਬੂਟੇ ਸ਼ਾਹ ਨੇ ਦਸੀਆਂ ਗੱਲਾਂ
ਤੇ ਜਰਨੈਲ ਕੈਪਟਨ ਮਰੇ ਨੇ ਉਸੇ ਢੰਗ ਨਾਲ ਲਿਖ ਲਈਆਂ, ਕਿਉਂਕਿ ਉਹਨੂੰ ਜੋ ਪਤਾ ਲੱਗਿਆ ਉਹਨੇ ਤੇ ਉਹੀ ਲਿਖਣਾ ਸੀ। ਉਹਦਾ ਦੋਸ਼ ਵੀ ਨਹੀਂ ਸੀ ਬਣਦਾ, ਪਰ ਲਿਖ ਲਿਆ ਗਿਆ। ਸੱਚ ਝੂਠ ਤਬ ਨਾਹੀ ਵਿਚਰਿਓ, ਸੱਚ ਝੂਠ ਦੀ ਵਿਚਾਰ ਨਹੀਂ ਕੀਤੀ, ਬਸ ਕੇਵਲ ਲਿਖ ਲਿਆ ਹੈ। ਤੁਰਕ ਹਿੰਦੂ ਕੋ ਬੈਰ ਹੁਤੋ ਆਦ। ਹੁਣ ਕਵੀ ਜੀ ਕਹਿੰਦੇ ਹਾਲਾਤ ਐਸੇ ਚੱਲਦੇ ਸਨ ਵੀ ਇੱਕ ਪਾਸੇ ਤੁਰਕ ਕੌਮ ਮੁਸਲਮਾਨ ਕੌਮ ਕਹਿ ਲਓ, ਦੂਜੇ ਪਾਸੇ ਹਿੰਦੂ ਕੌਮ, ਆਪਸ ਵਿੱਚ ਬੜਾ ਵੈਰ ਵਿਰੋਧ ਚੱਲ ਰਿਹਾ ਸੀ। ਇਹ ਕੁਦਰਤੀ ਹੁੰਦਾ ਹੈ ਜਦੋਂ ਹਕੂਮਤ, ਤਾਕਤ, ਸਤਾ ਗੁਰਮੁਖੋ ਇੱਕ ਧਰਮ ਦੇ ਲੋਕਾਂ ਦੇ ਹਿੱਸੇ ਵਿੱਚ ਆਵੇ, ਫਿਰ ਦੂਜੇ ਧਰਮ ਦੇ ਲੋਕਾਂ ਨਾਲ ਵਿਤਕਰਾ ਜਾਂ ਉਹਨਾਂ ਤੇ ਜ਼ੁਲਮ ਹੋਣਾ ਸੁਭਾਵਕ ਮਨੁੱਖ ਦਾ ਸੁਭਾਅ ਬਣਿਆ ਹੋਇਆ, ਪਾਪੀ ਸੁਭਾਅ ਹੈ। ਜਦੋਂ ਵੀ ਕਿਸੇ ਦੇ ਹੱਥ ਤਾਕਤ ਆਈ ਹੈ ਉਹਨੇ ਇਹੋ ਕੁਝ ਹੀ ਕੀਤਾ ਹੈ। ਸੋ ਉਸ ਵੇਲੇ ਵੀ ਜਿਹੜੀ ਰਾਜ ਸਤਾ ਸੀ, ਤਾਕਤ ਸੀ, ਹਕੂਮਤ ਸੀ, ਉਹ ਮੁਗਲਾਂ ਮੁਸਲਮਾਨ ਕੌਮ ਦੇ ਹੱਥ ਵਿੱਚ ਆਈ ਹੋਈ ਸੀ ਤੇ ਵਿਰੋਧ ਸੀ ਹਿੰਦੂ ਕੌਮ ਦੇ ਨਾਲ ਚੱਲ ਰਿਹਾ। ਦੀਨ ਵਜਬ ਕੋ ਆਦੋ ਬਾਦ। ਸੋ ਧਰਮ ਦੇ ਆਧਾਰ ਦੇ ਉੱਤੇ ਬੜਾ ਝਗੜਾ ਸੀ। ਝੂਠ ਕਹਿਣ ਮੈਂ ਜੇ ਰਿਪ ਮਰੈ। ਸੋ ਝੂਠ ਕਹਿਣ ਦੇ ਨਾਲ ਹੀ ਦੂਜੇ ਨੂੰ ਮਰਵਾ ਦਿੰਦੇ ਸੀ। ਤੁਰਕ ਹਿੰਦੂਆਂ ਤੇ ਕਬ ਟਰੈ। ਸੋ ਫਿਰ ਤੁਰਕ ਜਾਂ ਹਿੰਦੂ ਇਹਦਾ ਵਿਰੋਧ ਹੋਣ ਕਾਰਨ ਕੌਣ ਟਲਦਾ ਸੀ ਦੂਜੇ ਦਾ ਬੁਰਾ ਕਰਨ ਤੋਂ? ਹਾਲਾਤ ਦੇ ਅਨੁਸਾਰ ਸਾਰਿਆਂ ਦੇ ਅੰਦਰ ਇੱਕ ਤਰ੍ਹਾਂ ਦੀ ਈਰਖਾ ਵਸੀ ਹੋਈ ਸੀ। ਦੋਹਰਾ ਪੂਜਾ ਪਿਵਾਈਐ ਤੀਰ ਸਿਓ, ਤੀਜੈ ਤਿਲੈ ਲਗਾਏ। ਇਹ ਕਹਾਵਤਾਂ ਚੱਲ ਪਈਆਂ ਸੀ ਵੀ ਤੇਲ ਦੇ ਨਾਲ ਜੇ ਸਾਰੀ ਬਾਂਹ ਭਿਉਂ ਲਈ ਜਾਵੇ, ਬਾਅਦ ਵਿੱਚ ਉਹਨੂੰ ਤਿਲਾਂ ਦੇ ਵਿੱਚ ਡੋਬ ਲਿਆ ਜਾਵੇ। ਤਿਲ ਕਿੰਨੇ ਲੱਗਦੇ ਨੇ ਭੁਜਾ ਨੂੰ, ਬਾਂਹ ਨੂੰ। ਮਾਰੋ ਹਿੰਦੂਆਂ ਕਸਮ ਕਰ, ਇਨ ਗਇਓ ਰਸੂਲ ਬਤਾਏ। ਇਹ ਗੱਲ ਪ੍ਰਚਲਿਤ ਸੀ ਵੀ ਇਹਨਾਂ ਦਾ ਮੁਹੰਮਦ ਰਸੂਲ ਇਹ ਗੱਲ ਕਹਿ ਗਿਆ ਇਹਨਾਂ ਨੂੰ ਵੀ ਇੰਨੇ ਹਿੰਦੂ ਮਾਰੀਏ ਨਾ, ਜਿੰਨੇ ਬਾਂਹ ਨੂੰ ਤਿਲ ਲੱਗ ਜਾਂਦੇ ਨੇ। ਇਹ ਬੜਾ ਸਬਾਬ ਦਾ ਕੰਮ ਹੈ, ਪੁੰਨ ਦਾ ਕੰਮ ਹੈ। ਇਸ ਤਰ੍ਹਾਂ ਦੀ ਦੁਸ਼ਮਣੀ ਪਾਲ ਰਹੇ ਸਨ। ਰਤਨ ਸਿੰਘ ਨੇ ਜਿਮ ਸੁਨੀ, ਸੋ ਤਉ ਧਰੀ ਲਿਖਾਏ। ਰਤਨ ਸਿੰਘ ਜੀ ਭੰਗੂ ਕਵੀ ਜੀ ਆਖਦੇ ਨੇ, ਕਹਿੰਦੇ ਜਿਵੇਂ ਮੈਂ ਇਹ ਗੱਲ ਸੁਣੀ ਹੈ ਉਸ ਸਮੇਂ ਵੱਡਿਆਂ ਦੇ ਕੋਲੋਂ, ਇਰਦ ਗਿਰਦ ਤੋਂ, ਮੈਂ ਉਸੇ ਤਰ੍ਹਾਂ ਲਿਖਾਈ ਕੈਪਟਨ ਮਰੇ ਨੂੰ। ਸੁਨੋ ਸੰਤ ਮਨ ਲਾਇਕ, ਆਗੇ ਕਹੂੰ ਵਧਾਏ। ਇਹ ਸੰਤ ਜਨੋਂ, ਗੁਰਮੁਖ ਪਿਆਰਿਓ, ਗੁਰੂ ਕੇ ਸਿੱਖੋ, ਅੱਗੇ ਮੈਂ ਇਹਨੂੰ ਵਿਸਥਾਰ ਨਾਲ ਆਪ ਦੇ ਨਾਲ ਸਾਂਝੀ ਕਰਦਾ ਹਾਂ ਇਹ ਸਾਰੀ ਕਥਾ। ਸੋ ਇਹ ਸਾਖੀ ਇੱਥੇ ਸੰਪੂਰਨ ਹੁੰਦੀ ਹੈ। ਕਵੀ ਜੀ ਅੱਗੇ ਕੀ ਲਿਖਦੇ ਨੇ, ਕਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੀ ਧਰਤੀ ਤੇ ਬਣਦੇ ਨੇ, ਇਹ ਪ੍ਰਸੰਗ ਆਉਣ ਵਾਲੇ ਦਿਨਾਂ ਵਿੱਚ ਸਾਂਝੇ ਕਰਦੇ ਜਾਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ, ਰਸਨਾ ਤੇ ਵਸਣ, ਅਸੀਸ ਬਖਸ਼ਿਸ਼ ਕਰੋ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਰਤਨ ਸਿੰਘ ਨੇ ਜਿਮ ਸੁਨੀ, ਸੋ ਤਉ ਧਰੀ ਲਿਖਾਏ। ਸੁਨੋ ਸੰਤ ਮਨ ਲਾਇਕ, ਆਗੇ ਕਹੂੰ ਵਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अविनाश, हे पूरन हे सर्ब में दुख भंजन गुण दास। हे संगी हे निरंकार, हे निर्गुण सब एक। हे गोबिंद हे गुण निधान, जाकै सदा बवेक। हे अपरंपर हर हरे, है पी होवन हार। हे संत कै सदा संग, निधारा आधार। हे ठाकुर हऊँ दासरो, मैं निर्गुण गुण नहीं कोई। नानक दीजै नाम दान, राखो हिय बरोई। नानक दीजै नाम दान, राखो हिय बरोई। वाहिगुरु जी का खालसा, वाहिगुरु जी की फतेह।